ਸਤਿ ਸ਼੍ਰੀ ਅਕਾਲ ਬੱਚਿਓ। ਆਓ ਬੱਚਿਓ, ਅੱਜ ਆਪਾਂ ਇੱਕ ਨਵਾਂ ਟੌਪਿਕ ਲੈ ਕੇ ਆਏ ਹਾਂ। ਉਸ ਟੌਪਿਕ ਦਾ ਨਾਮ ਹੈ ਭਾਰਤ ਦੇ ਗਵਰਨਰ ਜਨਰਲ। ਬੱਚਿਓ, ਇਹ ਭਾਰਤੀ ਇਤਿਹਾਸ ਦਾ, ਆਧੁਨਿਕ ਇਤਿਹਾਸ ਦਾ, ਮਾਡਰਨ ਇਤਿਹਾਸ ਦਾ ਬਹੁਤ ਅੱਛਾ ਸਰੋਤ ਨੇ। ਜੇ ਤੁਸੀਂ ਮਾਡਰਨ ਇਤਿਹਾਸ ਨੂੰ ਚੰਗੇ ਤਰੀਕੇ ਨਾਲ ਸਮਝਣਾ। ਨਹੀਂ ਬੱਚਿਓ, ਤੁਹਾਨੂੰ ਮਾਡਰਨ ਇਤਿਹਾਸ ਦੇ ਵਿੱਚ ਘਟਨਾਵਾਂ ਨੂੰ ਜੋੜਨ ਦੇ ਵਿੱਚ, ਉਹਨਾਂ ਨੂੰ ਸਮਝਣ ਦੇ ਵਿੱਚ ਬਹੁਤ ਦਿੱਕਤ ਆਊਗੀ। ਇਸ ਕਰਕੇ ਇਹਨਾਂ ਗਵਰਨਰ ਜਨਰਲਾਂ 'ਤੇ ਆਪਾਂ ਫੋਕਸ ਕਰਾਂਗੇ, ਇਹਨਾਂ ਦੇ ਫੈਕਟ ਦੇਖਾਂਗੇ ਅਤੇ ਪੂਰੇ ਦਾ ਪੂਰਾ ਜਿਹੜਾ ਆਧੁਨਿਕ ਇਤਿਹਾਸ ਆਪਣਾ, ਉਹਨੂੰ ਚੰਗੇ ਤਰੀਕੇ ਨਾਲ ਕ੍ਰਮਵਾਰ ਬਿਨਾਂ ਯਾਦ ਕੀਤੇ ਤੁਹਾਡੇ ਅੰਦਰ ਰਚਾਵਾਂਗੇ। ਇਸ ਕਰਕੇ ਬੱਚਿਓ, ਸਭ ਤੋਂ ਪਹਿਲੀ ਗੱਲ ਤਾਂ ਇਹੀ ਹੋਣੀ ਚਾਹੀਦੀ ਤੁਹਾਡੇ ਅੰਦਰ, ਬਸ ਮਨ ਦਾ ਟਿਕਾਅ। ਤੁਸੀਂ ਸਿਰਫ ਆਪਣੇ ਮਨ ਦੇ ਟਿਕਾਅ ਨੂੰ ਜਾਰੀ ਰੱਖਣਾ ਹੈ, ਸੁਣਨਾ ਅਤੇ ਉਹਨੂੰ ਦੇਖਣਾ ਅਤੇ ਸਮਝਣਾ। ਬੱਚਿਓ, ਜਿਸ ਤਰ੍ਹਾਂ ਤੁਸੀਂ ਆਪਣੇ ਆਪ ਦੇ ਮਨ ਦੇ ਅੰਦਰ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਜੋ ਤੁਸੀਂ ਸੁਣੋਗੇ, ਸਮਝੋਗੇ, ਤਾਂ ਆਟੋਮੈਟਿਕ ਆਧੁਨਿਕ ਭਾਰਤੀ ਇਤਿਹਾਸ ਜਿਹੜਾ ਉਹ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿਸ ਵੇਲੇ ਅਸੀਂ ਇਸ ਨੂੰ ਯਾਦ ਕਰਕੇ। ਬੱਚਿਓ, ਕਦੇ ਵੀ ਇਤਿਹਾਸ ਯਾਦ ਨਹੀਂ ਕੀਤਾ ਜਾਂਦਾ ਹੁੰਦਾ, ਇਤਿਹਾਸ ਨੂੰ ਸਮਝਿਆ ਜਾਂਦਾ ਹੁੰਦਾ ਹੈ। ਘਟਨਾਵਾਂ ਨੂੰ ਕੋਰਿਲੇਟ ਕਰੀਦਾ ਹੁੰਦਾ। ਕੋਰਿਲੇਟ ਕਰਨ ਦੇ ਨਾਲ ਤੁਹਾਡੀ ਜਿਹੜੀ ਮੈਮਰੀ ਹੈ, ਯਾਦ ਸ਼ਕਤੀ ਹੈ, ਉਹ ਵਧੂਗੀ। ਪਲੱਸ ਪੇਪਰ ਦੇ ਵਿੱਚ ਕਦੇ ਵੀ ਤੁਹਾਨੂੰ ਦਿੱਕਤ ਨਹੀਂ ਆਊਗੀ, ਕਿਉਂਕਿ ਹਿਸਟਰੀ ਬਹੁਤ ਅੱਛਾ ਇੰਜੋਏਬਲ ਸਬਜੈਕਟ ਹੈ। ਚਲੋ ਲੈਟਸ। ਬੱਚਿਓ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਮਾਡਰਨ ਇਤਿਹਾਸ ਦਾ ਪਹਿਲਾ ਪੰਨਾ, ਜਿਹਦੇ ਉੱਤੇ ਤੁਸੀਂ ਸੁਣਿਆ ਹੋਣਾ, ਪਲਾਸੀ ਦੀ ਲੜਾਈ। ਸ਼ੁਰੂ ਤੋਂ 6ਵੀਂ ਕਲਾਸ ਦੇ ਵਿੱਚ, 7ਵੀਂ ਕਲਾਸ ਦੇ ਵਿੱਚ, ਛੋਟੀਆਂ ਕਲਾਸਾਂ ਵਿੱਚ ਤੁਸੀਂ ਪੜ੍ਹਦੇ ਆ ਰਹੇ ਹੋ ਪਲਾਸੀ ਦੀ ਲੜਾਈ। ਪਲਾਸੀ ਦੀ ਲੜਾਈ ਕਿਉਂ ਮਸ਼ਹੂਰ ਹੈ ਇੰਨੀ? ਸਭ ਨੂੰ ਪਤਾ ਹੈ ਵੀ ਪਲਾਸੀ ਦੀ ਲੜਾਈ ਦੇ ਵਿੱਚ ਭਾਰਤੀ ਹਾਰੇ ਸੀ ਅਤੇ ਅੰਗਰੇਜ਼ ਜਿੱਤੇ ਸੀ। ਪਰ ਬੱਚਿਓ, ਲੜਾਈ ਭਾਵੇਂ ਛੋਟੀ ਸੀ, ਬਹੁਤੇ ਖੂਨ ਖਰਾਬਾ ਇਸ ਲੜਾਈ ਦੇ ਵਿੱਚ ਨਹੀਂ ਹੋਇਆ, ਪਰ ਅੰਗਰੇਜ਼ ਆਪਣੀ ਜੋ ਮਨਸ਼ਾ ਲੈ ਕੇ ਆਏ ਸੀ, ਉਹਨਾਂ ਦੇ ਵਿੱਚ ਸਫਲ ਹੋਏ। ਸਭ ਤੋਂ ਪਹਿਲਾਂ ਬੱਚਿਓ, ਮੈਂ ਤੁਹਾਨੂੰ ਦੱਸਣਾ, 23 ਜੂਨ ਨੂੰ 1753 ਪਲਾਸੀ ਲੜਾਈ ਹੋਈ। ਪਲਾਸੀ ਲੜਾਈ ਵਿੱਚ ਸਭ ਤੋਂ ਜਿਹੜਾ ਗੁੱਸੇਖੋਰ ਬੰਦਾ ਸੀ, ਸਿਰਾਜੂਦੌਲਾ, ਉਹਨੇ ਅੰਗਰੇਜ਼ਾਂ ਦੇ ਵਿਰੁੱਧ ਲੜੀ। ਬਹੁਤ ਅੱਛਾ ਫਾਈਟਰ ਸੀ ਬੱਚਿਓ। ਪਰ ਦਿੱਕਤ ਇੱਥੇ ਆਈ, ਪਰ ਜਿਹੜੇ ਇਹਦੇ ਨਾਲ ਦੇ ਸੀ, ਮੀਰ ਜਾਫਰ ਵਰਗੇ, ਰਾਏ ਦੁਰਲੱਭ, ਜਗਤ ਸੇਠ ਵਰਗੇ, ਅਮੀਰ ਚੰਦ ਵਰਗੇ, ਇਹਨਾਂ ਨੇ ਗਦਾਰੀ ਕਰ ਲਈ। ਗਦਾਰੀ ਕਰਨ ਦੇ ਕਾਰਨ ਬੱਚਿਓ, ਇਹ ਪਲਾਸੀ ਦੀ ਲੜਾਈ ਹਾਰ ਗਿਆ ਅਤੇ ਅੰਗਰੇਜ਼ਾਂ ਨੂੰ ਇੱਕ ਰਸਤਾ ਮਿਲ ਗਿਆ ਭਾਰਤ 'ਤੇ ਹਮਲਾ ਕਰਨ ਦਾ, ਭਾਰਤ 'ਤੇ ਰਾਜ ਕਰਨ ਦਾ। ਬੱਚਿਓ, ਇੱਕੋ ਇੱਕ ਪੁਆਇੰਟ ਤੁਹਾਨੂੰ ਇੱਥੇ ਹੋਰ ਮੈਂ ਐਕਸਟਰਾ ਦੱਸਣਾ। ਮੀਰ ਮਦਾਨ ਅਤੇ ਮੋਹਨ ਲਾਲ, ਇਹ ਦੋ ਬੰਦੇ ਇਤਿਹਾਸਕ ਸਿਰਜਣਾ ਕਰ ਗਏ। ਮੀਰ ਮਦਾਨ ਅਤੇ ਮੋਹਨ ਲਾਲ, ਬੱਚਿਓ, ਇਹ ਦੋਨੇ ਹੀ ਸਿਰਾਜੂਦੌਲਾ ਨਾਲ ਲੜਦੇ ਹੋਏ ਮਾਰੇ ਗਏ ਸੀ। ਪੁੱਛ ਲੈਂਦੇ ਨੇ ਕਈ ਵਾਰੀ ਵੀ ਦੋ ਬੰਦੇ ਜਾਂ ਇਸ ਤਰ੍ਹਾਂ ਕੌਣ ਸੀ ਜਿਹੜੇ ਸਿਰਾਜੂਦੌਲਾ ਨਾਲ ਵੀਰਗਤੀ ਕਰ ਗਏ, ਤਾਂ ਬੱਚਿਓ ਉਹੀ ਨੇ ਮੀਰ ਮਦਾਨ ਅਤੇ ਮੋਹਨ ਲਾਲ। ਇਹ ਯਾਦ ਰੱਖਣਾ, ਪਲਾਸੀ ਲੜਾਈ ਦੇ ਵਿੱਚ ਇਹ ਬਹੁਤ ਅੱਛੇ ਦੋਨੇ ਸੂਰਮੇ ਘੈਂਟ ਨੇ। ਬੱਚਿਓ, ਇਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਸਿਰਾਜੂਦੌਲਾ ਮਾਰਿਆ ਗਿਆ ਸੀ ਮੀਰ ਜਾਫਰ ਦੇ ਮੁੰਡੇ ਦੇ ਹੱਥੋਂ। ਇਸ ਤੋਂ ਬਾਅਦ ਬੱਚਿਓ, ਇੱਕ ਹੋਰ ਯੁੱਧ ਜਿਹਨੇ ਕਿ ਪੂਰਾ ਅੰਗਰੇਜ਼ਾਂ ਨੂੰ ਖੋਲ੍ਹਤਾ, ਪੂਰਾ ਅੰਗਰੇਜ਼ਾਂ ਨੂੰ ਅੱਗੇ ਲੰਘਣ ਦਾ ਰਸਤੇ ਬਣਾਤੇ, ਉਹ ਹੈਗਾ ਬਕਸਰ ਦਾ ਯੁੱਧ। 1764 ਦੇ ਵਿੱਚ ਇੱਕ ਅਜਿਹਾ ਯੁੱਧ ਹੁੰਦਾ, ਬਕਸਰ ਦਾ ਯੁੱਧ। ਬੱਚਿਓ, ਜਦੋਂ ਬਕਸਰ ਦੀ ਜਗ੍ਹਾ ਗਈ, ਬੱਚਿਓ, ਇਸ ਦੇ ਵਿੱਚ ਜਿਹੜਾ ਬੰਦਾ ਆਪਾਂ ਕਹਿ ਲਈਏ ਮੀਰ ਕਾਸਿਮ ਪਹਿਲਾਂ ਪਲਾਸੀ ਲੜਾਈ ਤੋਂ ਬਾਅਦ ਇਹਨੇ ਗੱਦੀ 'ਤੇ ਬਿਠਾ ਦਿੱਤਾ ਸੀ, ਪਰ ਮੀਰ ਕਾਸਿਮ ਦੇ ਉੱਪਰ ਅੰਗਰੇਜ਼ ਵਾਰ-ਵਾਰ ਟੈਕਸ ਥੋਪ ਰਹੇ ਸੀ, ਤਾਂ ਇਹ ਤੰਗ ਆ ਗਿਆ ਸੀ। ਤੰਗ ਆਉਣ ਤੋਂ ਬਾਅਦ ਇਹਨੇ ਸਜਾਊਦੌਲਾ, ਇੱਥੇ ਬੱਚਿਓ ਇੱਕ ਸਜਾਊਦੌਲਾ ਅਤੇ ਸ਼ਾਹ ਆਲਮ ਅਤੇ ਖੁਦ ਆਪ ਮੀਰ ਕਾਸਿਮ, ਇਹ ਤਿੰਨਾਂ ਨੇ ਇੱਕ ਸੈਨਾ ਬਣਾਈ। ਸੈਨਾ ਦੇ ਵਿੱਚ ਇਹਨਾਂ ਨੇ ਗੱਠਜੋੜ ਕੀਤਾ। ਬੱਚਿਓ, ਇੱਕ ਯਾਦ ਰੱਖਿਓ, ਇੱਥੇ ਸਿਰਾਜੂਦੌਲਾ ਨਹੀਂ, ਬਕਸਰ ਦੇ ਯੁੱਧ ਵਿੱਚ ਸਜਾਊਦੌਲਾ ਹੈ। ਤਾਂ ਅਵਧ ਦਾ ਨਵਾਬ ਸੀ ਬੱਚਿਓ ਉਸ ਸਮੇਂ ਸਜਾਊਦੌਲਾ।
ਤੇ ਮੁਗਲ ਸਮਰਾਟ ਕੌਣ ਸੀ? ਸ਼ਾਹ ਆਲਮ ਤੇ ਖੁਦ ਆਪ ਮੀਰ ਕਾਸਿਮ। ਇਹ ਤਿੰਨਾਂ ਨੇ ਗੱਠਜੋੜ ਕੀਤਾ, ਅੰਗਰੇਜ਼ਾਂ ਦੇ ਵਿਰੁੱਧ ਯੁੱਧ ਦਾ ਐਲਾਨ ਕਰਤਾ। ਇਸ ਯੁੱਧ ਦੇ ਵਿੱਚ ਵੀ ਬੱਚਿਓ ਅੰਗਰੇਜ਼ੀ ਸੈਨਾਪਤੀ ਸੀ ਇੱਕ ਹੈਕਟਰ ਮੁਨਰੋ। ਬੱਚੇ ਕੌਣ? ਹੈਕਟਰ ਮੁਨਰੋ। ਹੈਕਟਰ ਮੁਨਰੋ ਨੇ ਇਹਨਾਂ ਨੂੰ ਹਰਾਤਾ। ਤਾਂ ਇੱਥੋਂ ਬੱਚਿਓ ਬਕਸਰ ਦਾ ਯੁੱਧ ਜਦੋਂ ਹੀ ਹਾਰ ਗਏ ਭਾਰਤੀ ਯੋਧੇ, ਭਾਰਤੀ ਸ਼ਾਸਕ, ਤਾਂ ਅੰਗਰੇਜ਼ਾਂ ਵਾਸਤੇ ਸਭ ਤੋਂ ਸੌਖਾ ਹੋ ਗਿਆ ਭਾਰਤ ਨੂੰ ਲੁੱਟਣਾ। ਤਾਂ ਬੱਚਿਓ ਇੱਥੋਂ ਸ਼ੁਰੂ ਹੁੰਦੀ ਹੈ। ਦੋਨੇ ਯੁੱਧ ਤੁਹਾਡੇ ਪ੍ਰਿਯ ਯਾਦ ਹੋਣੇ ਚਾਹੀਦੇ ਨੇ, ਪਲਾਸੀ ਤੇ ਬਕਸਰ। ਭੁੱਲਣਾ ਨਹੀਂ ਬੱਚਿਓ ਇਹ ਬਹੁਤ, ਕਿਉਂਕਿ ਭਾਵੇਂ ਯੁੱਧ ਛੋਟੇ ਨੇ ਪਰ ਅੰਗਰੇਜ਼ਾਂ ਲਈ ਜਾਂ ਭਾਰਤ 'ਤੇ ਕਬਜ਼ਾ ਕਰਨ ਵਾਸਤੇ, ਭਾਰਤ ਨੂੰ ਲੁੱਟਣ ਵਾਸਤੇ ਬਹੁਤ ਵੱਡੇ ਰਾਹ ਖੋਲ੍ਹ ਗਏ ਨੇ ਇਹ ਦੋਨੇ ਯੁੱਧ। ਬਕਸਰ ਦਾ ਯੁੱਧ ਤੇ ਪਲਾਸੀ ਦਾ ਯੁੱਧ। ਦੋਨਾਂ ਦੀਆਂ ਤੁਹਾਨੂੰ ਤਰੀਕਾਂ ਬਾਹਲੀ ਉਹ ਨਹੀਂ ਵੀ ਇੱਕ 1757 ਸੀ, ਇੱਕ 1764। ਬਕਸਰ ਤੇ ਪਲਾਸੀ ਤੁਹਾਨੂੰ ਅੱਛੇ ਤਰੀਕੇ ਨਾਲ ਵੈਸੇ ਪਤਾ ਹੋਣਾ ਚਾਹੀਦਾ ਬੱਚਿਓ। ਤੇ ਆਓ ਬੱਚਿਓ ਇਸ ਤੋਂ ਬਾਅਦ ਬੱਚਿਓ ਸਭ ਤੋਂ ਇਹਨਾਂ ਯੁੱਧਾਂ ਦੇ ਵਿੱਚ ਜਿਹੜਾ ਬੈਕ ਮਾਈਂਡ ਆਪਾਂ ਕਹਿ ਲਈਏ ਚਾਲਬਾਜ਼ ਬੰਦਾ ਸੀ, ਜਿਹੜਾ ਪਿੱਛੇ ਖੇਡ ਰਿਹਾ ਸੀ, ਉਹ ਤੁਹਾਡੇ ਸਾਹਮਣੇ ਸਕਰੀਨ ਤੇ ਹੈ। ਇਹ ਰੋਬਰਟ ਕਲਾਈਵ ਹੈ। ਉਸ ਸਮੇਂ ਕਲਰਕ ਸੀ ਬੱਚਿਓ। ਇਸ ਬੰਦੇ ਨੇ ਦੇਖਿਆ ਸਰਾਜੂਦੌਲਾ ਜਦੋਂ ਇਹਨਾਂ ਦੇ ਕਿਲ੍ਹੇ ਢਾਹ ਦਿੰਦਾ, ਇਹਨਾਂ ਤੇ ਕਬਜ਼ਾ ਕਰ ਲੈਂਦਾ, ਇਹੀ ਬੰਦਾ ਕਹਿੰਦਾ ਵੀ ਤੁਸੀਂ ਆਪਣੀ ਸੁਪਰਮੇਸੀ ਹੈ, ਆਪਣੀ ਚੜ੍ਹਾਈ ਹੈ ਪੂਰੀ ਦੁਨੀਆ 'ਤੇ। ਇਸ ਕਰਕੇ ਇਹ ਬੰਦੇ ਨੇ ਹੀ ਪਲਾਸੀ ਯੁੱਧ ਤੇ ਬਕਸਰ ਦੇ ਯੁੱਧ 'ਤੇ ਬਹੁਤ ਵੱਡਾ ਯੋਗਦਾਨ ਹੈ ਇਸ ਬੰਦਾ। ਤੇ ਉਸ ਵੇਲੇ ਇਹ ਬੰਗਾਲ ਦਾ ਗਵਰਨਰ ਚੁਣਿਆ ਗਿਆ ਸੀ, ਇਕੱਲਾ ਗਵਰਨਰ ਬੱਚਿਓ ਬੰਗਾਲ ਦਾ। ਕੌਣ? ਕਲਾਈਵ। ਤਾਂ ਇਹ ਬੰਦਾ ਇਸ ਨੂੰ ਤੁਸੀਂ ਚੇਤੇ ਰੱਖਣਾ ਵੀ ਰੋਬਰਟ ਕਲਾਈਵ ਦਾ ਬਹੁਤ ਵੱਡਾ ਹੱਥ ਸੀ, ਕਲਰਕ ਸੀ, ਪਰ ਇਸ ਬੰਦੇ ਨੇ ਹੀ ਆਪਣੀਆਂ ਜਿਹੜੀਆਂ ਨੀਤੀਆਂ ਸੀ ਉਹ ਪੂਰਨ ਕਰਨ ਦੇ ਵਿੱਚ, ਉਹ ਪੂਰੇ ਝਾੜਨ ਦੇ ਵਿੱਚ ਪੂਰਾ ਸਹਿਯੋਗ ਦਿੱਤਾ, ਪੂਰਾ ਹੱਥ ਸੀ। ਇਸੇ ਦਾ ਹੀ ਆਪਾਂ ਕਹਿ ਲਈਏ ਦਿਮਾਗ ਸੀ ਵੀ ਜਿਹੜਾ ਜਿਸ ਕਾਰਨ ਅੰਗਰੇਜ਼ ਪੂਰੇ ਭਾਰਤ 'ਤੇ ਹਮਲਾ ਕਰ ਸਕੇ। ਬੱਚੇ ਤੁਹਾਨੂੰ ਰੋਬਰਟ ਕਲਾਈਵ ਬਾਰੇ ਪਤਾ ਲੱਗ ਗਿਆ ਹੋਣਾ। ਤੇ ਇਹ ਬੰਦਾ 1757 ਤੋਂ 60 ਦੇ ਵਿੱਚ ਆਇਆ ਕਲਰਕ ਦੇ ਤੌਰ 'ਤੇ, 65 ਤੋਂ 67 ਤੱਕ ਵੀ ਰਿਹਾ। ਬੱਚਿਓ ਇਹਦਾ ਇੱਕ ਕੰਮ ਹੋਰ ਮੈਂ ਤੁਹਾਨੂੰ ਦੱਸਾਂ, ਬੰਗਾਲ ਦੇ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ। ਜਦੋਂ ਹੀ ਇਹ ਯੁੱਧ ਜਿੱਤ ਜਾਂਦੇ ਨੇ ਤਾਂ ਬੱਚਿਓ ਰਾਜੇ ਆਪਣੀ ਘਰ ਆਪਦਾ ਬੰਦਾ ਇੱਕ ਇਹਨਾਂ ਦੇ ਨਾਲ ਲਾ ਲਿਆ ਕਰਨ ਵੀ ਆਹ ਦੋਹਰੀ ਸ਼ਾਸਨ ਪ੍ਰਣਾਲੀ ਕਿਉਂ ਕੀਤੀ ਗਈ ਸੀ ਵੀ ਅਸੀਂ ਲੋਕ ਸਾਡੇ ਵਿਰੁੱਧ ਵਿਦਰੋਹ ਨਾ ਕਰ ਦੇਣ। ਤਾਂ ਦੋਹਰੀ ਸ਼ਾਸਨ ਪ੍ਰਣਾਲੀ ਕਹਿੰਦੇ ਬੱਚਿਓ ਇਹਨੂੰ। ਬੰਗਾਲ ਦੀ ਦੋਹਰੀ ਸ਼ਾਸਨ ਪ੍ਰਣਾਲੀ ਕਿਹਨੇ ਲਾਗੂ ਕੀਤੀ ਸੀ? ਰੋਬਰਟ ਕਲਾਈਵ ਨੇ। ਕਿਉਂ ਕੀਤੀ ਸੀ? ਕਿਉਂਕਿ ਇਹ ਡਰਦੇ ਸੀ ਵੀ ਇੱਕੋ ਦਮ ਅਸੀਂ ਜਾਣੀ ਕਿ ਜਿਹੜੇ ਭਾਰਤੀ ਸ਼ਾਸਕ ਨੇ ਉਹ ਵਿਦਰੋਹ ਨਾ ਕਰ ਦੇਣ। ਦੂਸਰਾ, ਭਾਰਤੀਆਂ ਦੇ ਵਿੱਚ ਦਿਲ ਦੇ ਵਿੱਚ ਜਗ੍ਹਾ ਬਣਾਉਣ ਵਾਸਤੇ ਹੌਲੀ ਹੌਲੀ ਚੱਲਣਾ ਚਾਹੁੰਦੇ ਸੀ। ਯੁੱਧ ਜਿੱਤ ਕੇ ਬੱਚਿਓ ਇਹ ਕਹਿ ਦਿੰਦੇ ਸੀ ਵੀ ਤੁਸੀਂ ਰਾਜ ਕਰੋ ਤੇ ਅਸੀਂ ਸਾਨੂੰ ਜੋ ਬਣਦਾ ਸਾਡਾ ਟੈਕਸ ਆ, ਜੋ ਹਰਜਾਨਾ ਯੁੱਧਾਂ ਦਾ, ਉਹ ਦਿੰਦੇ ਰਹੋ। ਤਾਂ ਦੋਹਰੀ ਸ਼ਾਸਨ ਪ੍ਰਣਾਲੀ ਰੋਬਰਟ ਕਲਾਈਵ ਨਾਲ ਸੰਬੰਧਿਤ ਹੈ। ਇਸ ਤੋਂ ਬੱਚਿਓ ਅਗਲਾ ਜਿਹੜਾ ਆਪਣਾ ਪਹਿਲਾ ਗਵਰਨਰ ਜਨਰਲ ਭਾਰਤ ਦਾ, ਭਾਰਤ ਦਾ ਨਹੀਂ ਬੱਚਿਓ, ਬੰਗਾਲ ਦਾ ਗਵਰਨਰ ਜਨਰਲ ਪਹਿਲਾ ਕੌਣ ਹੈ? ਗਵਰਨਰ ਜਨਰਲ ਬੱਚਿਓ ਪਹਿਲਾ ਹੈਗਾ ਵਾਰਨ ਹੇਸਟਿੰਗ। ਆ ਤੁਹਾਡੇ ਬੱਚੇ ਸਾਹਮਣੇ ਸਕਰੀਨ 'ਤੇ ਵਾਰਨ ਹੇਸਟਿੰਗ। ਤਾਂ ਬੱਚਿਓ ਇਹ 1774 ਤੋਂ ਲੈ ਕੇ 85 ਤੱਕ ਗਵਰਨਰ ਜਨਰਲ ਰਿਹਾ। ਕੌਣ? ਵਾਰਨ ਹੇਸਟਿੰਗ। ਬੱਚਿਓ ਬੰਗਾਲ ਦਾ ਗਵਰਨਰ ਜਨਰਲ ਬਣ ਗਿਆ ਪਹਿਲਾ। ਤਾਂ ਜੇ ਤੁਹਾਨੂੰ ਪੁੱਛ ਲਿਆ ਬੰਗਾਲ ਦਾ ਪਹਿਲਾ ਗਵਰਨਰ ਜਨਰਲ ਦੱਸੋ, ਤਾਂ ਤੁਹਾਡੇ ਦਿਮਾਗ ਦੇ ਵਿੱਚ ਹੋਣਾ ਚਾਹੀਦਾ ਹੈ ਵਾਰਨ ਹੇਸਟਿੰਗ ਬਸ। ਕਿਉਂਕਿ ਇਹਨੇ ਬੰਦੇ ਨੇ ਆ ਕੇ ਵਾਰਨ ਦੇ ਦਿੱਤੀ। ਵਾਰਨਿੰਗ ਆਪਾਂ ਯਾਦ ਕਰ ਲਾਂਗੇ। ਵਾਰਨਿੰਗ ਮਤਲਬ ਹੁੰਦਾ ਹੈ ਚੇਤਾਵਨੀ ਦੇਣਾ। ਬੱਚਿਓ ਇਹਨੇ ਆਉਣ ਸਾਰ ਪਹਿਲਾਂ ਤਾਂ ਇਹ ਕੀ ਕੀਤਾ, ਫੌਜਦਾਰੀ ਅਤੇ ਦੀਵਾਨੀ ਅਦਾਲਤਾਂ ਬਣਾਈਆਂ ਜ਼ਿਲ੍ਹਿਆਂ 'ਚ। ਹਰੇਕ ਜ਼ਿਲ੍ਹੇ 'ਚ ਕਹਿੰਦਾ ਅਦਾਲਤਾਂ ਬਣਾਓ, ਫੌਜਦਾਰੀ ਅਤੇ ਦੀਵਾਨੀ ਅਦਾਲਤਾਂ ਬਣਾ ਦਿੱਤੀਆਂ। ਦੂਸਰਾ ਬੱਚਿਓ ਇਹਨੇ ਕੰਮ ਇਹ ਕੀਤਾ ਵੀ ਕਲਕੱਤਾ ਦੇ ਵਿੱਚ ਮਦਰਸੇ ਦੀ ਸਥਾਪਨਾ ਕਰਤੀ 1781 ਦੇ ਵਿੱਚ। 1781 ਦੇ ਵਿੱਚ ਕੀ ਕੀਤੇ ਨੇ? ਕਲਕੱਤੇ ਦੇ ਵਿੱਚ ਮਦਰਸੇ ਦੀ ਸਥਾਪਨਾ। ਬੱਚਿਓ ਇੱਕ ਹੋਰ ਇਹਦਾ ਕੰਮ ਬਹੁਤ ਅੱਛਾ ਹੈ ਵੀ ਬਨਾਰਸ ਦੇ ਵਿੱਚ ਸੰਸਕ੍ਰਿਤ ਕਾਲਜ ਖੋਲ੍ਹਤਾ। ਹੁਣ ਕਾਲਜ ਇਹ ਕੰਮ ਕਿਉਂ ਕਰੀ ਜਾਂਦੇ ਨੇ? ਕਿਉਂਕਿ ਹੌਲੀ ਹੌਲੀ ਆਪਦੀ ਜਗ੍ਹਾ ਭਾਰਤੀਆਂ ਦੇ ਵਿੱਚ ਬਣਾਈ ਜਾਂਦੇ ਨੇ। ਸੰਸਕ੍ਰਿਤ ਦਾ ਕਾਲਜ ਖੋਲ੍ਹਣ ਦੀ ਇਹਨਾਂ ਨੂੰ ਕੀ ਲੋੜ ਪੈ ਗਈ? ਕਿੱਥੇ ਖੁੱਲ੍ਹਿਆ? ਬਨਾਰਸ ਦੇ ਵਿੱਚ।
ਕਿਹਨੇ ਖੋਲ੍ਹਿਆ ਜਾਂ ਕਿਹੜਾ ਗਵਰਨਰ ਜਨਰਲ ਸੀ ਉਦੋਂ? ਤਾਂ ਇਹ ਸੀ ਵਾਰਨ ਹੇਸਟਿੰਗ। ਤਾਂ ਬੱਚਿਓ ਜੋਨਾਥਨ ਡੈਕਨ ਇਹਦੇ ਨਾਲ ਬਹੁਤ ਸੰਬੰਧਿਤ ਹੈ। ਜੋਨਾਥਨ ਡੈਕਨ ਨੇ ਬਨਾਰਸ ਦੇ ਵਿੱਚ ਕੀ ਖੋਲ੍ਹਿਆ? ਸੰਸਕ੍ਰਿਤ ਕਾਲਜ ਖੋਲ੍ਹਿਆ। ਕਿਹਦੇ ਕਾਰਜ ਅਧੀਨ? ਵਾਰਨ ਹੇਸਟਿੰਗ ਦੇ ਅਧੀਨ। ਬੱਚਿਓ ਕਿ ਇਹਨੇ ਰੈਵਨਿਊ ਬੋਰਡ ਬਣਾਇਆ, ਬੋਰਡ ਆਫ ਰੈਵਨਿਊ ਦਾ ਟੈਕਸ ਵਿਭਾਗ ਕਹਿ ਲਈਏ ਆਪਾਂ ਇੱਕ ਤਰ੍ਹਾਂ ਦਾ। ਬੋਰਡ ਆਫ ਰੈਵਨਿਊ ਦੀ ਸਥਾਪਨਾ ਵੀ ਕੀਤੀ ਇਹਨੇ। ਬੋਰਡ ਜਾਣੀ ਕਿ ਜਿਹੜਾ ਕਿ ਟੈਕਸ ਦੇ ਸੰਬੰਧ ਦੇ ਵਿੱਚ ਸੋ ਵੀ ਕੈਲਕੂਲੇਸ਼ਨ ਰੱਖੂਗਾ। ਇਸ ਤੋਂ ਬਾਅਦ ਬੱਚਿਓ ਸਭ ਤੋਂ ਇੱਕ ਮੈਂ ਤੁਹਾਡੇ ਦਿਮਾਗ ਦੇ ਵਿੱਚ ਬਿਠਾ ਦਾਂ, ਇੱਕ ਹੈ 1772-73 ਦੇ ਵਿੱਚ ਇੱਕ ਐਕਟ ਆਇਆ। 73 ਦੇ ਵਿੱਚ ਕਿਹੜਾ ਐਕਟ ਸੀ ਮੈਨੂੰ ਦੱਸੋ ਤੁਸੀਂ? ਉਹ ਸੀ ਬੱਚਿਓ ਰੈਗੂਲੇਟਿੰਗ ਐਕਟ। ਪਹਿਲੀ ਵਾਰੀ ਰੈਗੂਲੇਟਿੰਗ ਐਕਟ ਚਲਾਇਆ ਬੱਚਿਓ ਉਹਨਾਂ ਨੇ। ਕਿਉਂ? ਰੈਗੂਲੇਟ ਦਾ ਮਤਲਬ ਕੀ ਹੁੰਦਾ? ਚਲਾਉਣਾ, ਰੈਗੂਲੇਟ ਕਰਨਾ ਕਿਸੇ ਚੀਜ਼ ਨੂੰ। ਤਾਂ ਇਹਨਾਂ ਨੇ ਸੋਚਿਆ ਵੀ ਆਪਾਂ ਜਿਹੜੀ ਈਸਟ ਇੰਡੀਆ ਕੰਪਨੀ ਆ ਇਹਨੂੰ 20 ਸਾਲਾਂ ਵਾਸਤੇ ਰੈਗੂਲੇਟ ਕਰਿਆ ਕਰਾਂਗੇ, ਚਲਾਇਆ ਕਰਾਂਗੇ। ਵਪਾਰਕ ਕੰਪਨੀ ਸੀ ਈਸਟ ਇੰਡੀਆ ਕੰਪਨੀ, ਕੋਈ ਇਹ ਤਾਂ ਹੈ ਨਹੀਂ ਸੀ ਵੀ ਯੁੱਧ ਕਰਨ ਵਾਸਤੇ ਸੀ। ਇਹ ਤਾਂ ਆਪਣੇ ਥੋੜ੍ਹੀਆਂ ਕਮੀਆਂ ਸੀ ਆਪਣੇ ਸ਼ਾਸਕਾਂ ਦੇ ਵਿੱਚ, ਤਾਂ ਕਰਕੇ ਕੀ ਹੋਇਆ, ਇਹ ਅੱਗੇ ਵੱਧਦੇ ਗਏ। ਤਾਂ ਬੱਚਿਓ ਯਾਦ ਰੱਖਣਾ, ਰੈਗੂਲੇਟਿੰਗ ਐਕਟ 1773 ਦੇ ਵਿੱਚ ਕਿਹਨੇ ਲਿਆਂਦਾ? ਕਿਹਦੇ ਦੌਰਾਨ ਆਇਆ? ਕਿਹੜਾ ਗਵਰਨਰ ਜਨਰਲ ਸੀ? ਗਵਰਨਰ ਜਨਰਲ ਸੀ ਵਾਰਨ ਹੇਸਟਿੰਗ। ਬੱਚਿਓ ਇਹ ਤੁਹਾਨੂੰ ਮੈਂ ਦੱਸਿਆ ਕਾਲ 76 ਤੋਂ ਲੈ ਕੇ 85 ਤੱਕ। ਇਹਦਾ ਮਤਲਬ ਇਹ ਹੋਇਆ ਬੱਚਿਓ ਵੀ 72 ਦੇ ਵਿੱਚ ਭਾਵੇਂ ਇਹਨੇ ਕੰਮ ਕਰਨਾ ਸ਼ੁਰੂ ਕੀਤਾ ਸੀ, ਪਰ ਗਵਰਨਰ ਜਨਰਲ ਇਹ 76 ਦੇ ਵਿੱਚ ਬਣਿਆ, ਕਿਉਂਕਿ ਪਹਿਲਾ ਗਵਰਨਰ ਜਨਰਲ ਤਾਂ ਹੀ ਕਿਹਾ ਜਾਂਦਾ ਇਹਨੂੰ। ਤਾਂ ਦੂਸਰਾ ਜਿਹੜਾ ਐਕਟ ਆਇਆ ਬੱਚਿਓ ਪਿਟਸ ਇੰਡੀਆ ਐਕਟ, ਬਹੁਤ ਹੀ ਮਸ਼ਹੂਰ ਆ ਬੱਚਿਓ ਇਹ ਪਿਟਸ ਇੰਡੀਆ ਐਕਟ 1984। ਹੁਣ ਪੁੱਛੋਗੇ ਬੱਚਿਓ ਵੀ ਪਿਟਸ ਕੀ ਹੈ? ਇਹ ਜੰਗੜ ਦਾ ਪਿਟਸ ਇੱਕ ਪ੍ਰਧਾਨ ਮੰਤਰੀ ਹੈ ਇੰਗਲੈਂਡ ਦਾ। ਇਸ ਕਰਕੇ ਪ੍ਰਾਈਮ ਮਿਨਿਸਟਰ ਕਹਿ ਲਈਏ ਆਪਾਂ, PM ਕਹਿ ਲਈਏ, ਉਸ ਵੇਲੇ ਦਾ ਜੰਗੜ ਦਾ ਪਿਟਸ ਉਹਦੇ ਨਾਮ 'ਤੇ ਬਣਿਆ ਸੀ ਇਹ ਪਿਟਸ ਇੰਡੀਆ ਐਕਟ 1984। ਬੱਚਿਓ ਇਹਦਾ ਕੋਈ ਕੰਮ ਨਹੀਂ ਸੀ ਇਸ ਐਕਟ ਦਾ। ਸਿਰਫ ਇਹਨੇ ਇਹ ਦੇਖਣਾ ਸੀ ਵੀ ਕੰਪਨੀ ਸਹੀ ਢੰਗ ਨਾਲ ਕੰਮ ਕਰ ਰਹੀ ਹੈ ਕਿ ਨਹੀਂ, ਅਤੇ ਪਲੱਸ ਉਹਦੇ ਨਾਲ ਇਹ ਸੀ ਬੱਚਿਓ ਜਿਹੜੀਆਂ ਸੁਧਾਰ ਕਰਨੇ ਸੀ ਹੋਰ ਅੱਗੇ ਪਿੱਛੇ ਕੰਪਨੀ ਦੇ ਵਿੱਚ, ਕਿਉਂਕਿ ਕੰਪਨੀ ਦੇ ਕਰਮਚਾਰੀ ਲੁੱਟਣ ਲੱਗ ਗਏ ਸੀ ਭਾਰਤ ਨੂੰ। ਆਪ ਕਰਪਸ਼ਨ, ਭ੍ਰਿਸ਼ਟਾਚਾਰ ਨਾਲ ਫੈਲ ਗਿਆ ਸੀ। ਚਲੋ ਬੱਚਿਓ ਇਸ ਤੋਂ ਇਹਦਾ ਅਗਲਾ ਕੰਮ ਬਹੁਤ ਹੀ ਘੈਂਟ ਆ ਬੱਚਿਓ। 1776 ਦੇ ਵਿੱਚ ਕਲਕੱਤਾ ਦੇ ਵਿੱਚ ਨੇ ਉੱਚ ਅਦਾਲਤ, ਉਹਨੂੰ ਸੁਪਰੀਮ ਕੋਰਟ ਕਹਿ ਲਓ ਪੁੱਤ। 1774 ਵਿੱਚ ਕਲਕੱਤਾ ਦੇ ਵਿੱਚ ਸੁਪਰੀਮ ਕੋਰਟ ਇਹਨੇ ਸਥਾਪਿਤ ਕੀਤੀ। ਕਿਹਨੇ? ਵਾਰਨ ਹੇਸਟਿੰਗ ਨੇ। ਯਾਦ ਰਹੂਗਾ ਵੀ ਜੇ ਤੁਸੀਂ ਪੁੱਛੋ ਪਹਿਲੀ ਸੁਪਰੀਮ ਕੋਰਟ ਕਿੱਥੇ ਖੁੱਲ੍ਹੀ, ਤਾਂ ਕਿੱਥੇ? ਕਲਕੱਤਾ। ਕਿੰਨੇ 'ਚ? 76 ਦੇ ਵਿੱਚ। ਕੌਣ ਸੀ ਉਹਦੇ? ਵਾਰਨ ਹੇਸਟਿੰਗ। ਦੇਖੋ ਇਹਦੇ ਕੰਮ ਦੇਖੋ, ਫੌਜਦਾਰੀ ਅਦਾਲਤਾਂ ਸਥਾਪਿਤ ਕਰਤੀਆਂ, ਮਦਰੱਸਾ ਖੋਲ੍ਹਤਾ। ਕਲਕੱਤੇ ਦੇ ਵਿੱਚ ਇਹਨੇ ਕੀ ਕਰਤਾ? ਹਾਈ ਕੋਰਟ ਬਣਾ ਤੀ, ਬੋਰਡ ਆਫ ਰੈਵਨਿਊ ਬਣਾ ਤਾ। ਅਤੇ ਬੱਚਿਓ ਇੱਕ ਕੰਮ ਹੋਰ ਇਹਦਾ ਯਾਦ ਰੱਖਣਾ ਤੁਸੀਂ, ਇਹਨੇ ਜਿਹੜਾ ਮੁਗਲ ਸਮਰਾਟ ਸੀ ਉਹਨੂੰ ਅੰਗਰੇਜ਼ 26 ਲੱਖ ਰੁਪਏ ਦਿੰਦੇ ਸੀ ਵੀ ਤੂੰ ਚੁੱਪ ਕਰਕੇ ਬੈਠਾ ਰਹਿ, ਪੈਨਸ਼ਨ ਦਿੰਦੇ ਸੀ। ਉਹ ਇਹਨੇ ਆਉਣ ਸਾਰ ਬੰਦ ਕਰਤੀ। ਕਿਹਨੇ? ਵਾਰਨ ਹੇਸਟਿੰਗ ਨੇ। ਬਦਲੋ ਹੁਣ ਇਹਨਾਂ ਨੂੰ ਕੀ ਪੈਨਸ਼ਨ ਦੇਣ ਦੀ ਲੋੜ ਸੀ ਭਾਰਤੀ ਰਾਜਾਂ ਨੂੰ, ਕਿਉਂਕਿ ਪੂਰੇ ਦਾ ਪੂਰਾ ਜਿਹੜਾ ਰਾਜ ਸੀ ਉਹ ਸ਼ੁਰੂ ਹੋ ਗਿਆ ਸੀ ਅੰਗਰੇਜ਼ਾਂ ਦਾ। ਬੱਚਿਓ ਪਹਿਲਾ ਐਂਗਲੋ ਮਰਾਠਾ ਯੁੱਧ 1775 ਤੋਂ 82 ਦੇ ਵਿੱਚ ਹੋਇਆ, ਅਤੇ ਦੂਸਰਾ ਐਂਗਲੋ ਮੈਸੂਰ ਯੁੱਧ 80 ਤੋਂ 84। ਦੋਨੇ ਯੁੱਧ ਇਹਦੇ ਦੌਰਾਨ ਹੋਏ। ਯਾਦ ਰੱਖਣੇ। ਪੁੱਛ ਲੈਂਦੇ ਵੀ ਪਹਿਲਾਂ ਐਂਗਲੋ ਮਰਾਠਾ ਯੁੱਧ ਕਿਹਦੇ ਦੌਰਾਨ ਹੋਇਆ, ਕਿਹੜੇ ਗਵਰਨਰ ਜਨਰਲ ਸੀ? ਤੁਹਾਡੇ ਦਿਮਾਗ ਦੇ ਵਿੱਚ ਫਿੱਟ ਹੋਣਾ ਚਾਹੀਦਾ ਵਾਰਨ ਹੇਸਟਿੰਗ ਸੀ। ਪਹਿਲਾ ਐਂਗਲੋ ਮਰਾਠਾ ਯੁੱਧ ਕਦੋਂ ਹੋਇਆ? 1785 ਅਤੇ 82 ਦੇ ਵਿਚਕਾਰ। ਦੂਸਰਾ ਐਂਗਲੋ ਮੈਸੂਰ ਯੁੱਧ 1780 ਤੋਂ ਲੈ ਕੇ 84 ਦੇ ਵਿੱਚ। ਦੋਨੇ ਯੁੱਧ ਵਾਰਨ ਹੇਸਟਿੰਗ ਦੇ ਦੌਰਾਨ ਹੋਏ। ਕਿਉਂਕਿ ਬੱਚਿਓ ਇਹ ਯੁੱਧ ਤਾਂ ਹੁੰਦੇ ਰਹੇ ਕਿਉਂਕਿ ਹਜੇ ਪੂਰੇ ਤਰੀਕੇ ਨਾਲ ਇੰਡੀਆ ਕੈਪਚਰ ਨਹੀਂ ਕੀਤਾ ਸੀ ਇਹਨਾਂ ਨੇ। ਜਿਹੜੇ ਮੈਸੂਰ ਰਿਆਸਤਾਂ ਸੀ, ਮਰਾਠੇ ਸੀ, ਉਹ ਚਾਹੁੰਦੇ ਸੀ ਵੀ ਅਸੀਂ ਸਾਡਾ ਅਧਿਕਾਰ ਹੋਵੇ, ਅਤੇ ਇਸ ਤੋਂ ਦੌਰਾਨ ਅੰਗਰੇਜ਼ ਇਹਨਾਂ ਨਾਲ ਵਿਦਰੋਹ ਕਰਕੇ ਅੰਗਰੇਜ਼ ਲੜ ਕੇ ਇਹਨਾਂ ਨੂੰ ਹੜੱਪਦੇ ਰਹੇ। ਆਪਾਂ ਅੱਗੇ ਦੇਖਾਂਗੇ ਕਿਸ ਤਰ੍ਹਾਂ ਹੜੱਪਿਆ ਇਹਨਾਂ ਨੇ, ਕਿਉਂਕਿ ਆਪਣੇ ਸ਼ਾਸਕਾਂ ਦੇ ਵਿੱਚ ਵੀ ਬਹੁਤ ਘਾਟਾਂ ਸੀ, ਕਮੀਆਂ ਸੀ। ਕਮੀਆਂ ਦਾ ਫਾਇਦਾ ਉਠਾ ਕੇ ਇਹ ਅੱਗੇ ਵੱਧਦੇ ਗਏ।
ਬੱਚੋ ਤੁਹਾਡੇ ਦਿਮਾਗ 'ਚ ਇੱਕ ਸਵਾਲ ਆਊਗਾ ਵੀ ਅੰਗਰੇਜ਼ਾਂ ਨੇ ਜਿਹੜਾ ਬੰਗਾਲ ਵਾਲੇ ਪਾਸੇ ਤੋਂ ਹੀ ਕਿਉਂ ਕੈਪਚਰ ਕਰਨਾ ਸ਼ੁਰੂ ਕੀਤਾ, ਕਿਉਂ ਕਬਜ਼ਾ ਕਰਨਾ ਸ਼ੁਰੂ ਭਾਰਤ ਨੂੰ ਉੱਪਰੋਂ ਕਿਉਂ ਨਹੀਂ ਕੀਤਾ? ਸੋਚ ਕੇ ਦੱਸੋ ਬੱਚਿਓ। ਆਪਣਾ ਅਗਲਾ ਜਿਹੜਾ ਗਵਰਨਰ ਜਨਰਲ ਹੈ ਉਹ ਹੈ ਲਾਰਡ ਕਾਰਨਵਾਲਿਸ। ਇਹਨੂੰ ਪੰਜਾਬੀ ਦੇ ਵਿੱਚ ਆਪਾਂ ਕਹਿ ਲਈਏ ਕਾਰਨਵਾਲਿਸ, ਲਾਰਡ ਕਾਰਨਵਾਲਿਸ। ਬੱਚਿਓ ਇਹਦਾ ਕਾਲ ਹੈਗਾ 1786 ਤੋਂ ਲੈ ਕੇ 93 ਦੇ ਵਿੱਚ। 1786 ਤੋਂ ਲੈ ਕੇ 93। ਬੱਚਿਓ ਇਹਦਾ ਇੱਕ ਵਾਰੀ 1805 ਦੇ ਵਿੱਚ ਵੀ ਆਊਗਾ। ਦੋ ਕਾਲ ਮੰਨ ਲਈਏ ਆਪਾਂ ਇਹਦੇ, 1805 ਦੇ ਵਿੱਚ ਵੀ ਆਊਗਾ ਥੋੜ੍ਹਾ ਸਮਾਂ ਵਾਸਤੇ, ਪਰ ਐਕਚੁਅਲੀ ਕਾਲ ਹੈਗਾ 1786 ਤੋਂ ਲੈ ਕੇ 93। ਲਾਰਡ ਕਾਰਨਵਾਲਿਸ। ਬੱਚਿਓ ਤੁਹਾਡਾ ਜਦੋਂ ਹੀ ਕਾਰਨਵਾਲਿਸ ਤੁਹਾਡੇ ਨਾਮ ਦਿਮਾਗ ਦੇ ਵਿੱਚ ਆਉਂਦਾ ਹੈ ਤਾਂ ਇੱਕੋ ਇੱਕ ਦਿਮਾਗ ਦੇ ਵਿੱਚ ਆਉਣਾ ਚਾਹੀਦਾ ਕਾਰਨਵਾਲਿਸ। ਕਾਰਨਵਾਲਿਸ ਨੇ ਬੱਚਿਓ ਆਉਣ ਸਾਰ ਇੱਕੋ ਇੱਕ ਕੰਮ ਕੀਤਾ। ਕੀ ਕੰਮ ਕੀਤਾ? ਥਾਣੇ ਬਣਾਏ। ਆਹ ਜਿਹੜੀ ਪੁਲਿਸ ਕੁੱਟਦੀ ਹੈ, ਜਿਹੜੀ ਪੁਲਿਸ ਆਪਾਂ ਨੂੰ ਸੁਧਾਰਦੀ ਹੈ ਮਾੜੇ ਕੰਮਾਂ ਤੋਂ, ਇਹਦੇ ਵਿੱਚ ਥਾਣੇ ਦੀ ਸਥਾਪਨਾ ਕਰਕੇ ਦਰੋਗੇ ਬਣਾਉਣ ਦਾ ਕੰਮ ਕਾਰਨਵਾਲਿਸ ਦੇ ਹਿੱਸੇ ਜਾਂਦਾ ਹੈ। ਬੱਚਿਓ ਹੁਣ ਤੁਸੀਂ ਇੰਨੇ ਸੁਧਾਰ, ਕਿਉਂਕਿ ਪੁਲਿਸ ਸੁਧਾਰ ਕਰਦੀ ਹੈ, ਸੁਧਾਰ ਕਰਨ ਦੇ ਨਾਲ ਹੀ ਬੱਚਿਓ ਇਹਦਾ ਇੱਕ ਹੋਰ ਸੁਧਾਰ ਕੀਤਾ ਇਹਨੇ, ਹਰੇਕ ਜ਼ਿਲ੍ਹੇ 'ਚ ਕਲੈਕਟਰ ਲਾਤੇ, DC। ਕਲੈਕਟਰਾਂ ਦੀ ਨਿਯੁਕਤੀ ਕਿਹਨੇ ਕੀਤੀ? ਕਾਰਨਵਾਲਿਸ ਨੇ। ਅਤੇ ਬੱਚਿਓ ਇਹਨੇ ਜਿਹੜੇ ਨਿਆਂ ਸੰਬੰਧੀ ਅਤੇ ਕਰ ਸੰਬੰਧੀ ਸ਼ਕਤੀਆਂ ਦਾ ਵਿਭਾਗੀਕਰਨ ਕਰਤਾ। ਉਹਨਾਂ ਦੀ ਵੰਡ ਕਰਤੀ ਵੀ ਇਸ ਤਰ੍ਹਾਂ ਨਿਆਂ ਹੋਊਗਾ, ਇਸ ਤਰ੍ਹਾਂ ਟੈਕਸ ਬਣਾਊਗਾ, ਇਸ ਤਰ੍ਹਾਂ ਕਰ ਲੱਗਣਗੇ। ਕਿਉਂਕਿ ਬੱਚਿਓ ਪਹਿਲਾਂ ਜਿਹੜਾ ਨਿਆਂ ਹੁੰਦਾ ਸੀ ਨਾ, ਉਹ ਕੁਝ ਜ਼ਿਮੀਂਦਾਰ ਹੁੰਦੇ ਸੀ, ਕੁਝ ਸ਼ਾਸਕ ਹੁੰਦੇ ਸੀ, ਆਪਦੇ ਵੱਲੋਂ ਨਿਆਂ ਕਰਦੇ ਸੀ ਵੀ ਇੰਨੇ ਪੈਸੇ ਲੈ ਲਓ, ਅਤੇ ਛੱਡ ਦਿੰਦੇ ਸੀ ਮਾੜੇ ਬੰਦੇ ਨੂੰ ਜ਼ਿਆਦਾ ਟੈਕਸ ਦੇਣਾ ਪੈਂਦਾ ਸੀ। ਇਸ ਤਰ੍ਹਾਂ ਇਸ ਬੰਦੇ ਨੇ ਸੁਧਾਰ 'ਤੇ ਲਾਈ ਵੀ ਪੱਕਾ ਕੀਤਾ। ਕਿਉਂਕਿ ਪਹਿਲਾਂ ਨਿਆਂ ਹੁੰਦਾ ਸੀ, ਮਾੜੇ ਬੰਦੇ ਨੂੰ ਤਾਂ ਸਰਕਾਰ ਮਾਰਨ ਤੱਕ ਜਾਂਦੀ, ਚੰਗੇ ਬੰਦੇ ਨੂੰ, ਵੱਡੇ ਜ਼ਿਮੀਂਦਾਰਾਂ ਨੂੰ ਸਰਕਾਰ ਦਾ ਨਿਆਂ ਸੀ ਜਿਹੜਾ ਉਹ ਕੀ ਸੀ, ਬੜਾ ਚੰਗਾ ਨਹੀਂ ਸੀ। ਉਹਨਾਂ ਨਾਲ ਇੱਕ ਬਰਾਬਰੀ ਦਾ ਨਿਆਂ ਨਹੀਂ ਹੁੰਦਾ ਸੀ। ਮੈਨੂੰ ਲੱਗਦਾ ਬੱਚੇ ਸਮਝ ਗਏ ਹੋਵੋਗੇ ਇਸ ਗੱਲ ਨੂੰ। ਤਾਂ ਇਹਨੇ ਸੁਧਾਰ ਕੀਤਾ ਕਾਰਨਵਾਲਿਸ ਨੇ ਆ ਕੇ। ਤਾਂ ਇਹਨੂੰ ਤੁਸੀਂ ਕਹਿ ਲਓ ਬੱਚਿਓ, ਜਿਹਨੇ ਆਉਣ ਸਾਰ ਅਦਾਲਤਾਂ ਦੀ 3 ਅਦਾਲਤਾਂ ਬੰਗਾਲ ਦੇ ਵਿੱਚ ਬਣਾਈਆਂ ਨੇ, ਇੱਕ ਬਿਹਾਰ 'ਚ ਬਣਾਈ। ਇਹ ਬਹੁਤ ਵੱਡਾ ਕੰਮ। ਅਤੇ ਇਹਨੇ ਆਪਣਾ ਇੱਕ 1793 ਵਿੱਚ ਕੋਡ ਤਿਆਰ ਕੀਤਾ, ਉਹਨੂੰ ਕਾਰਨਵਾਲਿਸ ਕੋਡ ਕਹਿੰਦੇ ਨੇ, ਜਿਨ੍ਹਾਂ ਮੁਤਾਬਕ ਨਿਆਂ ਟੈਕਸ ਜਿਹੜਾ ਚੱਲਦਾ ਸੀ ਉਹ ਬਣਿਆ ਸੀ। ਕਾਰਨਵਾਲਿਸ ਕੋਡ ਤਿਆਰ ਕੀਤਾ ਕਿਹਨੇ? ਲਾਰਡ ਕਾਰਨਵਾਲਿਸ ਨੇ। ਅਤੇ ਬੱਚਿਓ ਇਹ ਤੁਹਾਡੇ ਦਿਮਾਗ ਦੇ ਵਿੱਚ ਫਿੱਟ ਹੋ ਗਈ ਹੋਣਾ ਵੀ ਸ਼ਕਤੀਆਂ ਦੀ ਵੰਡ ਕਰਤੀ ਇਹਨਾਂ ਨੇ, ਜ਼ਿਲ੍ਹੇ 'ਚ DC ਕਲੈਕਟਰ ਲਾ ਤੇ, ਅਤੇ ਕਾਰਨਵਾਲਿਸ ਕੋਡ ਬਣਾ ਤਾ, ਪੁਲਿਸ ਕਰਮਚਾਰੀ ਸਥਾਪਿਤ ਕਰਤੇ, ਪੁਲਿਸ ਥਾਣੇ ਬਣਾ ਤੇ। ਬੱਚਿਓ ਇੱਕ ਹੋਰ, ਹਰੇਕ ਜ਼ਿਮੀਂਦਾਰਾਂ ਕੋਲ ਉਸ ਸਮੇਂ ਪੁਲਿਸ ਦੇ ਅਧਿਕਾਰ ਸੀ, ਉਹ ਸਮਾਪਤ ਕਰਤੇ ਨੇ। ਜ਼ਿਮੀਂਦਾਰਾਂ ਕੋਲ ਪੁਲਿਸ ਦੇ ਅਧਿਕਾਰ ਸੀ, ਉਹ ਕਹਿੰਦੇ ਵੀ ਤੁਸੀਂ ਪੁਲਿਸ ਦੇ ਅਧਿਕਾਰ ਵਰਤ ਨਹੀਂ ਸਕਦੇ। ਪੁਲਿਸ ਕਰਮਚਾਰੀਆਂ ਨੂੰ ਜਿਹੜੇ ਪੇ ਸੀ ਉਹ ਸਿੱਧੀ ਦੇਣ ਲੱਗ ਗਿਆ। ਪੁਲਿਸ ਕਰਮਚਾਰੀਆਂ ਨੂੰ ਇਹ ਤਨਖਾਹ ਦੇ ਵਿੱਚ ਵਾਧਾ ਕਰਤਾ ਅਤੇ ਆਪ ਯਾਨੀ ਕਿ ਆਪਣੇ ਰੈਵਨਿਊ ਦੇ ਵਿੱਚ ਦੇਣ ਲੱਗ ਗਿਆ। ਕੌਣ? ਕਾਰਨਵਾਲਿਸ। ਤਾਂ ਬੱਚਿਓ ਇਹਨਾਂ ਸੁਧਾਰਾਂ ਦੇ ਕਰਕੇ, ਅਤੇ ਇੱਕ ਬੱਚਿਓ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਉਹ ਹੈਗਾ ਸਥਾਈ ਬੰਦੋਬਸਤ। 1793 ਦੇ ਵਿੱਚ ਇਹਨੇ ਸਥਾਈ ਬੰਦੋਬਸਤ ਦੀ ਸਥਾਪਨਾ ਕੀਤੀ, ਸ਼ੁਰੂਆਤ ਕੀਤੀ। ਤਾਂ ਬੱਚਿਓ ਸਥਾਈ ਬੰਦੋਬਸਤ ਹੁੰਦਾ ਕੀ ਹੈ? ਪਹਿਲਾਂ ਟੈਕਸ ਹੁੰਦਾ ਸੀ ਵੀ ਅਲੱਗ ਅਲੱਗ ਕਿਸਾਨਾਂ ਨੂੰ ਅਲੱਗ ਅਲੱਗ ਟੈਕਸ ਦੇਣਾ ਪੈਂਦਾ ਸੀ ਵੀ ਇੰਨਾ ਤੂੰ ਦੇ, ਜਿਵੇਂ 50,000 ਮੰਨ ਲਓ 30,000 20,000 ਅਲੱਗ ਅਲੱਗ। ਪਰ ਇਹਨੇ ਸਥਾਈ ਕਰਤਾ ਵੀ ਇੰਨਾ ਟੈਕਸ ਤੁਹਾਨੂੰ ਦੇਣਾ ਹੀ ਪਊਗਾ। ਤਾਂ ਸਥਾਈ ਬੰਦੋਬਸਤ ਦੀ ਸ਼ੁਰੂਆਤ ਕਿਹਨੇ ਕੀਤੀ? ਲਾਰਡ ਕਾਰਨਵਾਲਿਸ ਨੇ। ਇਹਨਾਂ ਸੁਧਾਰਾਂ ਕਰਕੇ ਬੱਚਿਓ ਇਹਨੂੰ ਕਹਿ ਲਈਏ ਸਿਵਲ ਸੇਵਾ ਸਰਵਿਸ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ।
ਤਾਂ ਸਿਵਲ ਸੇਵਾ ਸਰਵਿਸ ਦਾ ਪਤਾਮਾ ਕਿਹਨੂੰ ਕਿਹਾ ਜਾਂਦਾ ਬੱਚਿਓ? ਲਾਰਡ ਕਾਰਨਵਾਲਿਸ ਨੂੰ। ਇੱਕ ਵਾਰੀ ਰਿਪੀਟ ਫੇਰ ਕਰਦੇ ਆਪਾਂ। ਸਥਾਈ ਬੰਦੋਬਸਤ ਦੀ ਸ਼ੁਰੂਆਤ 1793 ਦੇ ਵਿੱਚ, ਬਿਲਕੁਲ। ਦਰੋਗੇ ਲਾਤੇ, ਥਾਣੇ ਬਣਾਤੇ, ਬਿਲਕੁਲ। ਪੁਲਿਸ ਕਰਮਚਾਰੀਆਂ ਦੀ ਤਨਖਾਹ ਵਿੱਚ ਵਾਧਾ, ਬਿਲਕੁਲ। ਜ਼ਿਮੀਂਦਾਰਾਂ ਤੋਂ ਪੁਲਿਸ ਦੇ ਅਧਿਕਾਰ ਖੋਹ ਲਏ, ਬਿਲਕੁਲ ਕੀਤੇ ਨੇ। ਕਾਰਨਵਾਲਿਸ ਦੀ ਕੋਰਟ ਦੀ ਸਥਾਪਨਾ, ਬਿਲਕੁਲ ਕੀਤੇ ਨੇ। ਅਦਾਲਤਾਂ ਦੀ ਵੰਡ ਆਪਾਂ ਕਹਿ ਲਈਏ 3 ਬੰਗਾਲ ਦੇ ਵਿੱਚ ਬਣਾਈ ਸੀ, 1 ਬਿਹਾਰ ਦੇ ਵਿੱਚ, ਬਿਲਕੁਲ ਕੀਤੇ ਨੇ। ਜ਼ਿਲ੍ਹੇ ਦੇ ਵਿੱਚ ਕਲੈਕਟਰ ਲਾਤੇ, ਲਾਰਡ ਕਾਰਨਵਾਲਿਸ ਨੇ ਲਾਏ ਸੀ। ਇਸ ਤੋਂ ਬਾਅਦ ਨਿਆਂਇਕ ਅਤੇ ਕਰ ਸੰਬੰਧੀ ਸ਼ਕਤੀਆਂ ਦਾ ਵੰਡ ਕੀਤੀ, ਲਾਰਡ ਕਾਰਨਵਾਲਿਸ ਨੇ। ਤਾਂ ਸਭ ਤੋਂ ਵੱਡਾ ਪੁਆਇੰਟ ਹੈ, ਇਸਨੂੰ ਪੁੱਛਿਆ ਜਾਊਗਾ ਵੀ ਕਿਹੜੇ ਗਵਰਨਰ ਜਨਰਲ ਨੂੰ ਸਿਵਲ ਸੇਵਾ ਦਾ ਪਤਾਮਾ ਕਿਹਾ ਜਾਂਦਾ ਹੈ? ਉਹ ਕੌਣ ਹੈ? ਲਾਰਡ ਕਾਰਨਵਾਲਿਸ। ਇਹਦਾ ਤੁਸੀਂ ਸਮਾਂ ਯਾਦ ਰੱਖਣਾ ਹੈ, 1786 ਤੋਂ ਲੈ ਕੇ 93 ਦੇ ਵਿੱਚ। ਇਸ ਤੋਂ ਬਾਅਦ ਅਗਲਾ ਹੈਗਾ ਜੌਨ ਸ਼ੋਰ। ਸਰ ਜੌਨ ਸ਼ੋਰ 1793 ਤੋਂ ਲੈ ਕੇ 98 ਦੇ ਵਿਚਕਾਰ 2 ਸਾਲ ਹੀ ਰਹਿੰਦਾ ਬੱਚਿਓ, ਬਾਹਲਾ ਸਮਾਂ ਨਹੀਂ ਲਾਉਂਦਾ। ਪਰ ਇਹਦੇ ਸਮੇਂ ਦੇ ਵਿੱਚ ਕੰਮ ਇਹ ਬਾਹਲੇ ਕਰ ਨਹੀਂ ਸਕਿਆ। ਪਰ ਇੱਕੋ ਇੱਕ ਯਾਦ ਰੱਖਣਾ ਵੀ ਤੀਸਰਾ ਮੈਸੂਰ ਯੁੱਧ, ਟੀਪੂ ਸੁਲਤਾਨ ਯਾਦ ਹੋਣਾ ਤੁਸੀਂ। ਤਾਂ ਮਾਡਰਨ ਹਿਸਟਰੀ ਵਿੱਚ ਟੀਪੂ ਸੁਲਤਾਨ ਲੜੂਗਾ ਦੂਸਰੇ ਯੁੱਧ, ਉਹਦੇ ਪਿਓ ਹੈਦਰ ਅਲੀ ਦੀ ਮੌਤ ਤੋਂ ਬਾਅਦ। ਕੌਣ? ਟੀਪੂ ਸੁਲਤਾਨ। ਤਾਂ ਤੀਸਰਾ ਮੈਸੂਰ ਯੁੱਧ, ਤਾਂ ਜਿਹੜਾ ਕਿ ਅੱਗੇ ਜਾ ਕੇ ਤੁਹਾਨੂੰ ਪਤਾ ਹੀ ਹੈ ਸੰਗਰਪਟਮ ਦੀ ਸੰਧੀ ਦੇ ਅਨੁਸਾਰ ਡਿਲੇ ਹੁੰਦਾ ਰਹੂਗਾ ਜਾਂ ਉਹਨਾਂ ਸਮਝੌਤਾ ਹੋਊਗਾ। ਇਹ ਆਪਾਂ ਕਿਸੇ ਹੋਰ ਟੌਪਿਕ 'ਚ ਦੇਖਾਂਗੇ। ਤਾਂ ਤੁਸੀਂ ਇੱਥੇ ਯਾਦ ਰੱਖਣਾ ਹੈ ਵੀ ਤੀਸਰਾ ਮੈਸੂਰ ਯੁੱਧ ਕਿਹਦੇ ਦੌਰਾਨ ਹੋਇਆ, ਕਿਹੜੇ ਗਵਰਨਰ ਜਨਰਲ ਦੇ ਦੌਰਾਨ ਹੋਇਆ? ਉਹ ਹੈ ਸਰ ਜੌਨ ਸ਼ੋਰ। ਸਰ ਜੌਨ ਸ਼ੋਰ। ਇਸ ਤੋਂ ਅਗਲਾ ਹੈਗਾ ਬੱਚੋ ਲਾਰਡ ਵੈਲਜ਼ਲੀ। ਬੱਚਿਓ ਮੈਂ ਤੁਹਾਨੂੰ ਕਹਾਂ ਵੀ ਜੇ ਅੰਗਰੇਜ਼ਾਂ ਨੇ ਭਾਰਤ ਨੂੰ ਲੁੱਟਣ ਦੇ ਵਿੱਚ ਜਾਂ ਲੁੱਟ ਖਸੁੱਟ ਕਰਨ ਦੇ ਵਿੱਚ ਜਾਂ ਭਾਰਤੀਆਂ ਨੂੰ ਤੋੜਨ ਦੇ ਵਿੱਚ ਕਿਹੜੇ ਗਵਰਨਰ ਜਨਰਲ ਦਾ ਜ਼ਿਆਦਾ ਹੱਥ ਸੀ? ਉਹ ਹੈਗਾ ਲਾਰਡ ਵੈਲਜ਼ਲੀ। ਕਿਵੇਂ? ਬੱਚਿਓ ਇਹਦੇ ਵਿੱਚ ਇੱਕ ਚੀਜ਼ ਸਮਝਣ ਵਾਲੀ ਸੀ। ਇਹਨੇ ਇੱਕ ਸੰਧੀ ਚਲਾਈ, ਸਹਾਇਕ ਸੰਧੀ, ਯਾਦ ਹੋਣਾ। ਪਹਿਲਾਂ ਤਾਂ ਤੁਹਾਨੂੰ ਕਾਲ ਦੱਸਦਾ ਮੈਨੂੰ। 1798 ਤੋਂ ਲੈ ਕੇ 1805 ਦੇ ਵਿੱਚ ਤੁਹਾਡੇ ਸਾਹਮਣੇ ਸਕਰੀਨ 'ਤੇ ਦਿਸ ਹੀ ਰਿਹਾ ਹੈ। 1798 ਤੋਂ ਲੈ ਕੇ 1805 ਤੱਕ ਕੌਣ ਸੀ? ਲਾਰਡ ਵੈਲਜ਼ਲੀ। ਬੱਚਿਓ ਇੱਕ ਇਹੋ ਜਿਹਾ ਗਵਰਨਰ ਜਨਰਲ ਹੈ ਜਿਹਨੇ ਸਹਾਇਕ ਸੰਧੀ ਚਲਾਈ। ਸਹਾਇਕ ਸੰਧੀ ਦੇ ਵਿੱਚ ਬੱਚਿਓ ਇਹਨੇ ਇਹੋ ਜਿਹੀ ਚਲਾਕੀ ਖੇਡੀ ਵੀ ਅਸੀਂ ਤੁਹਾਡੇ ਮਿੱਤਰ ਹਾਂ। ਸ਼ਾਸਕ ਨੂੰ ਵੀ ਰਿਲਾਈਜ਼ ਕਰਾਉਂਦੇ ਸੀ, ਮਹਿਸੂਸ ਕਰਾਉਂਦੇ ਸੀ ਮਹਾਰਾਜੇ ਨੂੰ ਵੀ ਅਸੀਂ ਤੁਹਾਡੇ ਮਿੱਤਰ ਹਾਂ। ਮਿੱਤਰ ਦੇ ਕਰਕੇ ਉਹ ਕੋਈ ਵੀ, ਕਿਉਂਕਿ ਆਪਣੇ ਜਿਹੜੇ ਸ਼ਾਸਕ ਸੀ ਉਹਨਾਂ ਦੇ ਵਿੱਚ ਰਾਸ਼ਟਰੀਅਤਾ ਨਹੀਂ ਸੀ। ਉਹਨਾਂ ਨੂੰ ਇਹ ਲੱਗਦਾ ਸੀ ਜਿਵੇਂ ਮਰਾਠੇ ਸੀ, ਸਿੰਧੀਆ ਸੀ ਅਤੇ ਮੈਸੂਰ ਆਪਾਂ ਪੜ੍ਹ ਕੇ ਟੀਪੂ ਸੁਲਤਾਨ ਸੀ, ਹੈਦਰ ਵਰਗੇ, ਇਹਨਾਂ ਨੂੰ ਆਪਸ ਵਿੱਚ ਇਹਨਾਂ ਦੇ ਯੂਨਿਟੀ ਹੈ ਨਹੀਂ ਸੀ। ਇਹਨਾਂ ਨੂੰ ਜਿਹੜੀ ਆ ਰਹੇ ਸੀ ਅੰਗਰੇਜ਼ ਬ੍ਰਿਟਿਸ਼ ਆ ਰਹੇ ਸੀ, ਉਹਨਾਂ ਜੇ ਇਕੱਠੇ ਹੋ ਕੇ ਸਾਰੇ ਇਹਨਾਂ ਦੇ ਵਿਰੁੱਧ ਲੜ ਪਏ, ਸ਼ਾਇਦ ਮੇ ਵੀ ਅੱਜ ਅੰਗਰੇਜ਼ ਇੰਨੇ ਸਾਲ ਆਪਾਂ ਗੁਲਾਮ ਨਾ ਰਹਿੰਦੇ ਅੰਗਰੇਜ਼ਾਂ ਦੇ। ਪਰ ਗੱਲ ਇਹ ਸੀ ਵੀ ਇਹਨਾਂ ਦੀਆਂ ਆਪਸੀ ਦੁਸ਼ਮਣੀਆਂ ਦਾ ਫਾਇਦਾ ਉਠਾਉਂਦੇ ਰਹੇ ਇਹ, ਖਾਸ ਕਰਕੇ ਲਾਰਡ ਵੈਲਜ਼ਲੀ। ਲਾਰਡ ਵੈਲਜ਼ਲੀ ਤਾਂ ਇੰਨਾ ਫਾਇਦਾ ਉਠਾਇਆ, ਇਹਨੂੰ ਸਹਾਇਕ ਸੰਧੀ ਦਾ ਪਤਾਮਾ ਕਿਹਾ ਜਾਂਦਾ ਹੈ। ਤਾਂ ਸਹਾਇਕ ਸੰਧੀ ਨਾਲ ਬੱਚਿਓ ਇਹਨੇ ਆਪਦੇ ਨਾਲ ਰਾਜੇ ਮਿਲਾਉਂਦਾ ਗਿਆ, ਉਹਨਾਂ ਦੀ ਸਹਾਇਤਾ ਕਰਦਾ ਗਿਆ। ਸਹਾਇਤਾ ਕਰਨ ਤੋਂ ਬਾਅਦ ਉਹਨਾਂ ਨੂੰ ਬਾਉਂਡ ਕਰਦਾ ਕਰੇ ਵੀ ਤੂੰ ਯੁੱਧ ਨਹੀਂ ਕਰਨਾ, ਇੰਨੇ ਆਹ ਸਿਪਾਹੀ ਨਹੀਂ ਰੱਖਣੇ, ਇਹ ਨਹੀਂ ਕਰਨਾ, ਇਹ ਨਹੀਂ ਕਰਨਾ। ਬੱਚਿਓ ਬੰਨ੍ਹ ਦਿੱਤਾ ਜਾਂਦਾ ਸੀ ਜਦੋਂ ਰਾਜਾ। ਇਸੇ ਤਰ੍ਹਾਂ ਆਪਦੇ ਨਾਲ ਉਹ ਉਸ ਦੇ ਰਾਜ ਮਿਲਾਉਂਦਾ ਗਿਆ। ਜਿਵੇਂ ਹੈਦਰਾਬਾਦ ਸਭ ਤੋਂ ਪਹਿਲਾਂ 98 ਦੇ ਵਿੱਚ ਇਹਨੇ ਸਹਾਇਕ ਸੰਧੀ ਨਾਲ ਹੈਦਰਾਬਾਦ ਮਿਲਾਇਆ, ਫਿਰ ਮੈਸੂਰ ਮਿਲਾਇਆ 1799 ਦੇ ਵਿੱਚ, ਫਿਰ ਤੰਜੌਰ ਮਿਲਾਇਆ, ਫਿਰ ਅਵਧ ਮਿਲਾਇਆ, ਪੇਸ਼ਵਾ ਮਿਲਾਇਆ ਬੱਚਿਓ, ਫਿਰ ਬਰਾਰ ਮਿਲਾਇਆ, ਫਿਰ ਸਿੰਧੀਆ ਦਾ ਮਿਲਾਇਆ। ਕਈ ਵਾਰੀ ਇਹੀ ਪੁੱਛ ਲੈਂਦੇ ਨੇ ਵੀ ਵੈਲਜ਼ਲੀ ਨੇ ਕਿਹੜੇ ਕਿਹੜੇ ਰਾਜ ਸਹਾਇਕ ਸੰਧੀ ਦੌਰਾਨ ਮਿਲਾਏ, ਜਾਂ ਪਹਿਲਾ ਕਿਹੜਾ ਰਾਜ ਸੀ? ਪਹਿਲਾ ਹੈਦਰਾਬਾਦ ਸੀ 1798 'ਚ। ਯਾਦ ਰੱਖਣਾ। ਤੰਜੌਰ ਹੋ ਗਿਆ, ਅਵਧ ਹੋ ਗਿਆ, ਪੇਸ਼ਵਾ ਹੋ ਗਿਆ, ਇਹ ਬਹੁਤ ਵਾਰੀ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਨੇ। ਤਾਂ ਬੱਚਿਓ ਸਹਾਇਕ ਸੰਧੀ ਦਾ ਪਤਾਮਾ ਕੌਣ ਹੈ? ਲਾਰਡ ਵੈਲਜ਼ਲੀ। ਮੇ ਵੀ ਇਹ ਤੁਹਾਡੇ ਯਾਦ ਰਹੂਗਾ। ਕੌਣ ਸੀ? ਲਾਰਡ ਵੈਲਜ਼ਲੀ। ਇਹਦਾ ਕਾਲ ਵੀ ਯਾਦ ਰੱਖਣਾ 1798 ਤੋਂ 1805।
ਤਾਂ ਚੌਥਾ ਐਂਗਲੋ ਮੈਸੂਰ ਯੁੱਧ ਇਹਦੇ ਦੌਰਾਨ ਹੁੰਦਾ ਬੱਚਿਓ, ਲਾਸਟ ਕਹਿ ਲਈਏ ਆਪਾਂ। ਚੌਥਾ ਸ੍ਰੀ ਰੰਗਪਟਮ ਦੀ ਸੰਧੀ ਦੇ ਅਨੁਸਾਰ ਮੇ ਵੀ ਇਹ ਖਤਮ ਹੋਊਗਾ, ਤਾਂ ਜਿਹਦੇ ਵਿੱਚ ਟੀਪੂ ਸੁਲਤਾਨ ਲੜਦਾ ਲੜਦਾ ਸ਼ਹੀਦ ਹੋ ਜਾਂਦਾ। ਅਤੇ ਚੌਥਾ ਐਂਗਲੋ ਮੈਸੂਰ ਯੁੱਧ ਕਿਸਦੇ ਸਮੇਂ ਲਾਰਡ ਵੈਲਜ਼ਲੀ। ਤਾਂ ਬੱਚਿਓ ਇੱਕ ਹੋਰ, ਕਲਕੱਤਾ ਦੇ ਵਿੱਚ ਫੋਰਟ ਵਿਲੀਅਮ ਕਾਲਜ ਦੀ ਸਥਾਪਨਾ। ਇਹ ਬੱਚਿਓ NTSC ਹੋ ਗਿਆ, NMS ਹੋ ਗਿਆ, ਇਹਦੇ ਵਿੱਚ ਬਹੁਤ ਵਾਰੀ ਪੁੱਛ ਲਿਆ ਗਿਆ ਵੀ ਫੋਰਟ ਵਿਲੀਅਮ ਕਾਲਜ ਦੀ ਸਥਾਪਨਾ ਕਿਸ ਨੇ ਕੀਤੀ, ਕਿਸ ਦੇ ਦੌਰਾਨ ਹੋਈ? ਲਾਰਡ ਵੈਲਜ਼ਲੀ ਨੇ। ਕਲਕੱਤਾ ਦੇ ਵਿੱਚ ਸੀ ਇਹ ਫੋਰਟ ਵਿਲੀਅਮ ਕਾਲਜ। ਬੱਚਿਓ ਦੋ ਕੰਮ ਤੁਸੀਂ, ਇਹਦਾ ਮਹਾਨ ਕੰਮ ਤੁਸੀਂ ਯਾਦ ਰੱਖਿਓ। ਸਹਿਕ ਸੰਧੀ ਕਿਹੜੀ ਹੈ? ਲਾਰਡ ਵੈਲਜ਼ਲੀ। ਤਾਂ ਤੁਹਾਡੇ ਸਾਹਮਣੇ ਸਕਰੀਨ 'ਤੇ ਹੈ, ਇਹ ਗਵਰਨਰ ਜਨਰਲ ਹੈ। ਇਸ ਤੋਂ ਬਾਅਦ ਬੱਚਿਓ ਇਹ ਵਾਰਲੇ ਹੈ, ਭਾਵੇਂ 1805 ਤੋਂ ਲੈ ਕੇ 1807 ਤੱਕ ਰਹੂਗਾ। ਸਰ ਜਾਰਜ ਵਾਰਲੇ। ਬੱਚਿਓ ਇਹਦੇ ਦੌਰਾਨ ਇੱਕੋ ਇੱਕ ਕੰਮ ਹੋਇਆ, ਬਿਲੌਰ ਦਾ ਸਿਪਾਹੀ ਵਿਦਰੋਹ। ਬਸ ਇਹ ਯਾਦ ਰੱਖਣਾ, 1806 ਦੇ ਵਿੱਚ ਬਿਲੌਰ ਦੇ ਵਿੱਚ ਸਿਪਾਹੀ ਵਿਦਰੋਹ ਹੋਇਆ ਸੀ ਇੱਕ ਵਾਰੀ। ਤਾਂ ਸਰ ਬਿਲੌਰ ਤੋਂ ਜਾਰੀ ਰੱਖੋ ਸੀ ਵਾਰਲੋ ਦੇ ਵਿੱਚ ਵੈਲੋਰ ਦਾ ਸਿਪਾਹੀ ਵਿਦਰੋਹ। ਇਸ ਤੋਂ ਬਾਅਦ ਬੱਚਿਓ ਆਹ ਜਿਹੜਾ ਯਾਦ ਰੱਖਣਾ, ਲਾਰਡ ਮਿੰਟੋ ਪਹਿਲਾ। ਯਾਦ ਰੱਖਿਓ ਬੱਚਿਓ, ਲਾਰਡ ਮਿੰਟੋ ਪਹਿਲਾ 1807 ਤੋਂ ਲੈ ਕੇ 1813। ਲਾਰਡ ਮਿੰਟੋ ਪਹਿਲਾ। ਮਿੰਟੋ ਦੀਆਂ ਕਹਾਣੀਆਂ, ਆਪਣਾ ਸਾਹਿਤਕਾਰ ਵੀ ਬਹੁਤ ਅੱਛੇ ਨੇ ਮਿੰਟੋ, ਪਰ ਲਾਰਡ ਮਿੰਟੋ ਪਹਿਲੋਂ ਇਹ ਆਪਣਾ ਗਵਰਨਰ ਜਨਰਲ ਰਿਹਾ ਜਿਹੜਾ। ਬੱਚਿਓ ਇਹ ਆਪਣੇ ਪੰਜਾਬ ਨਾਲ ਬਹੁਤ ਹੀ ਟੱਚ ਕਰਦਾ। ਕਿਵੇਂ? ਰਣਜੀਤ ਸਿੰਘ ਨਾਲ 25 ਅਪ੍ਰੈਲ 1809 ਨੂੰ ਇਹਨੇ ਇੱਕ ਸੰਧੀ ਕੀਤੀ ਸੀ। ਉਸ ਸੰਧੀ ਦਾ ਨਾਮ ਹੈ ਅੰਮ੍ਰਿਤਸਰ ਦੀ ਸੰਧੀ। ਬੱਚਿਓ ਵੱਡੇ ਐਗਜ਼ਾਮ ਦੇ ਵਿੱਚ ਤਾਂ ਪੁੱਛੀ ਜਾਂਦਾ, ਇਹ ਸੰਧੀ ਇੰਨੀ ਘੈਂਟ ਹੈ ਕਿਉਂਕਿ ਇਹਦੇ ਦੌਰਾਨ ਹੀ ਅੰਗਰੇਜ਼ਾਂ ਨੇ ਕਹਿਤਾ ਸੀ ਵੀ ਰਣਜੀਤ ਸਿੰਘ ਨੂੰ ਵੀ ਤੂੰ ਸਤਲੁਜ ਦੇ ਪਾਰ ਅਸੀਂ ਨਹੀਂ ਜਾਂਦੇ, ਸਤਲੁਜ ਤੋਂ ਇੱਧਰ ਤੂੰ ਨਹੀਂ ਆਉਣਾ। ਬਾਉਂਡ ਕਰਤਾ ਸੀ ਇੱਕ ਉੱਥੇ। ਇਹ ਲਾ ਲਓ ਵੀ ਲਾਰਡ ਮਿੰਟੋ ਤੱਕ ਆਉਂਦੇ 1807 ਦੀ ਗੱਲ ਹੈ, 1813 ਤੱਕ ਲਾਰਡ ਮਿੰਟੋ ਤੱਕ ਸਤਲੁਜ ਦਰਿਆ ਤੱਕ ਪਹੁੰਚ ਗਏ ਸੀ। ਸਤਲੁਜ ਦਰਿਆ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਪੈਂਦਾ ਹੈ। ਤਾਂ ਬੱਚਿਓ ਇਹ ਅੰਮ੍ਰਿਤਸਰ ਦੀ ਸੰਧੀ ਯਾਦ ਰੱਖਣੀ ਆ। ਇਹ ਵੀ ਯਾਦ ਹੋ ਗਿਆ ਤੁਹਾਡੇ ਦਿਮਾਗ ਦੇ ਵਿੱਚ ਬੈਠਿਆ ਹੋਊਗਾ ਵੀ ਕਿਹਦੇ ਨਾਲ ਹੋਈ ਸੀ? ਮਹਾਰਾਜਾ ਰਣਜੀਤ ਸਿੰਘ ਨਾਲ। ਕਿਹਦੀ ਹੋਈ ਸੀ? ਲਾਰਡ ਮਿੰਟੋ ਦੀ ਹੋਈ ਸੀ। ਕਦੋਂ ਹੋਈ ਸੀ? 25 ਅਪ੍ਰੈਲ 1809 ਦੇ ਵਿੱਚ। ਤਾਂ ਬੱਚਿਓ ਇੱਕ ਇੱਥੇ ਹੋਰ ਮੈਂ ਤੁਹਾਨੂੰ ਯਾਦ ਦੱਸਾਂ, 1813 ਦੇ ਵਿੱਚ ਇੱਕ ਚਾਰਟਰ ਐਕਟ ਆਉਂਦਾ ਹੈ। ਕਿਹੜਾ ਐਕਟ ਬੱਚਿਓ? 1813 ਦੇ ਵਿੱਚ ਚਾਰਟਰ ਐਕਟ। ਬੱਚਿਓ ਇਹ ਚਾਰਟਰ ਐਕਟ ਦੀ ਇੱਕ ਵਿਸ਼ੇਸ਼ਤਾ ਯਾਦ ਰੱਖਿਓ ਵੀ ਇਸ ਚਾਰਟਰ ਐਕਟ ਅਧੀਨ ਅੰਗਰੇਜ਼ ਕਹਿੰਦੇ ਅਸੀਂ ਭਾਰਤ ਦੇ ਵਿੱਚ 1 ਲੱਖ ਸਿੱਖਿਆ 'ਤੇ ਲਾਇਆ ਕਰਾਂਗੇ, 1 ਲੱਖ ਰੁਪਈਆ ਸਿੱਖਿਆ 'ਤੇ ਖਰਚ ਕਰਿਆ ਕਰਾਂਗੇ। ਕਿਹੜੇ ਐਕਟ ਅਧੀਨ? 1813 ਦੇ ਅਧੀਨ। 13 ਕਰਤੀ। ਅਤੇ ਬਾਕੀ ਈਸਾਈ ਧਰਮ ਨੂੰ ਫੈਲਾਉਣ ਵਾਸਤੇ ਈਸਾਈ ਮਿਸ਼ਨਰੀਆਂ ਨੂੰ ਇਹਨਾਂ ਨੇ ਅਲਾਓ ਕਰਤਾ। ਕਹਿੰਦੇ ਆਓ ਈਸਾਈ ਮਿਸ਼ਨਰੀ ਆਉਣ ਲੱਗ ਗਏ ਹੁਣ ਭਾਰਤ ਦੇ ਵਿੱਚ, ਅਤੇ ਉਹ ਆਪਣਾ ਈਸਾਈ ਧਰਮ ਫੈਲਾਉਣ ਲੱਗ ਗਏ। ਮੇਰੇ ਹਿਸਾਬ ਨਾਲ ਬੱਚੇ ਤੁਹਾਡੇ ਇਹਦੇ ਦੋ ਕੰਮ ਤੁਹਾਡੇ ਯਾਦ ਰਹਿਣਗੇ ਲਾਰਡ ਮਿੰਟੋ ਦੇ, ਇੱਕ ਤਾਂ ਅੰਮ੍ਰਿਤਸਰ ਦੀ ਸੰਧੀ ਅਤੇ ਦੂਸਰਾ ਈਸਾਈ ਮਿਸ਼ਨਰੀ ਵਾਲਾ। ਅਤੇ ਐਕਟ ਹੈ 1813 ਦਾ ਐਕਟ। 1813 ਦਾ ਐਕਟ ਦੇ ਵਿੱਚ ਬਹੁਤ ਵਾਰੀ ਪੁੱਛਿਆ ਗਿਆ ਬੱਚਿਓ ਇਹ ਵੀ ਪਹਿਲੀ ਵਾਰੀ 1 ਲੱਖ ਰੁਪਈਆ ਸਿੱਖਿਆ 'ਤੇ ਖਰਚਣ ਦੇ ਵਿੱਚ ਕਿਹੜੇ ਐਕਟ ਦੇ ਅਧੀਨ ਹੋਇਆ? 1813 ਦੇ ਵਿੱਚ। ਤੁਹਾਨੂੰ ਇਹ ਵੀ ਯਾਦ ਹੋ ਗਿਆ ਹੋਣਾ ਲਾਰਡ ਮਿੰਟੋ। ਬਸ ਕੰਮ ਖਤਮ ਹੈ। 1807 ਦੀ ਗੱਲ ਹੈ। ਪੰਜਾਬ ਨਾਲ ਤੁਸੀਂ ਜਿਹੜਾ ਯਾਦ ਰੱਖਣਾ ਹੈ ਉਹ ਅੰਮ੍ਰਿਤਸਰ ਦੀ ਸੰਧੀ ਯਾਦ ਰੱਖਣੀ ਹੈ। ਇਸ ਤੋਂ ਬੱਚਿਓ ਅਗਲਾ ਜਿਹੜਾ ਆਪਣਾ ਗਵਰਨਰ ਜਨਰਲ ਹੈ ਉਹ ਹੈਗਾ ਕੌਣ? ਹੇਸਟਿੰਗ, ਲਾਰਡ ਹੇਸਟਿੰਗ। 1813 ਤੋਂ ਲੈ ਕੇ 1823। ਕੌਣ? ਲਾਰਡ ਹੇਸਟਿੰਗ। ਬੱਚਿਓ ਇਹਨੇ ਪਹਿਲਾਂ ਤਾਂ ਤੁਹਾਡੇ ਦਿਮਾਗ ਵਿੱਚ ਜਦੋਂ ਲਾਰਡ ਹੇਸਟਿੰਗ ਆ ਗਿਆ, ਬੱਚੇ ਇੱਥੇ ਉਲਝੇ ਜਾਂਦੇ ਬਹੁਤ ਸਾਰੇ ਸਟੂਡੈਂਟ ਉਲਝੇ ਜਾਂਦੇ ਨੇ ਵੀ ਵਾਰਨ ਹੇਸਟਿੰਗ ਅਤੇ ਲਾਰਡ ਹੇਸਟਿੰਗ ਇੱਕੋ ਜਿਹੇ ਨੇ। ਵਾਰਨ ਹੇਸਟਿੰਗ ਆਪਣਾ ਪਹਿਲਾ ਗਵਰਨਰ ਜਨਰਲ ਸੀ ਅਤੇ ਇਹ ਲਾਰਡ ਹੇਸਟਿੰਗ ਹੈ। ਕੌਣ? ਲਾਰਡ ਹੇਸਟਿੰਗ। ਬੱਚਿਓ
ਆਪਾਂ ਇਹਦੇ ਥੋੜ੍ਹੇ ਜਿਹੇ ਕੰਮ ਦੇਖ ਲਈਏ। ਪਹਿਲਾਂ ਤਾਂ ਇਹਨੇ ਬੱਚਿਓ ਪਿੰਡਾਰੀਆਂ ਦਾ ਦਮਨ ਕੀਤਾ। ਭੰਡਾਰੀ ਇੱਕ ਤਰ੍ਹਾਂ ਦੇ ਗੁਰੀਲਾ ਯੁੱਧ ਬਣਾ ਕੇ ਤੰਗ ਕਰਦੇ ਸੀ ਇਹਨਾਂ ਨੂੰ। ਅਤੇ ਐਕਚੁਅਲੀ ਇਹਨਾਂ ਨੇ ਇਹ ਜਾਣਿਆ ਸੀ ਵੀ ਇੱਕ ਤਰ੍ਹਾਂ ਦੇ ਡਾਕੂ ਨੇ ਇਹ, ਇਹਨਾਂ ਦਾ ਦਮਨ ਕਰਨਾ ਚਾਹੀਦਾ। ਇਹ ਸ਼ਾਸਨ ਨੂੰ ਕਰਨ ਨਹੀਂ ਦਿੰਦੇ, ਲੋਕਾਂ ਨੂੰ ਤੰਗ ਕਰਦੇ ਨੇ ਜਾਂ ਲੁੱਟਾਂ ਖੋਹਾਂ ਕਰਦੇ ਨੇ। ਭੰਡਾਰੀਆਂ ਦਾ ਦਮਨ ਕੀਤਾ। ਭੰਡਾਰੀਆਂ ਦਾ ਦਮਨ ਕਿਹਨੇ ਕੀਤਾ ਸੀ? ਲਾਰਡ ਹੇਸਟਿੰਗ ਨੇ। ਬੱਚਿਓ ਫਿਰ ਪ੍ਰੈਸ ਪ੍ਰਤੀ ਉਦਾਰ ਰਵੱਈਆ, ਵਧੀਆ ਨਰਮ ਰਵੱਈਆ ਕਿਹਦੇ? ਪ੍ਰੈਸ ਪ੍ਰਤੀ। ਪ੍ਰੈਸ ਕਿਹਦੇ ਬੱਚਿਓ? ਅਖਬਾਰਾਂ, ਸਾਹਿਤਕ ਰਸਾਲੇ ਜੋ ਕਿਤਾਬਾਂ ਛਪਦੀਆਂ ਨੇ ਉਹਦੇ ਪ੍ਰਤੀ ਉਦਾਰ ਰਵੱਈਆ ਅਪਣਾਇਆ। ਕਿਹਨੇ? ਲਾਰਡ ਹੇਸਟਿੰਗ ਨੇ। ਕਿਹਨੇ? ਲਾਰਡ ਹੇਸਟਿੰਗ ਨੇ। ਬੱਚਿਓ ਇਹ ਭੰਡਾਰੀਆਂ ਦਾ ਦਮਨ ਕੀਤਾ ਇਹਨੇ, ਦਬਾ 'ਤੇ ਉਹ ਭਜਾ 'ਤੇ ਕੁੱਟ ਮਾਰ ਕੇ ਪ੍ਰੈਸ ਪ੍ਰਤੀ ਉਦਾਰ ਰਵੱਈਆ ਅਪਣਾਇਆ ਇਹਨੇ। ਅਤੇ ਇੱਕ ਕੰਮ ਇਹਨੇ ਕੀਤਾ, ਮਰਾਠਾ ਸ਼ਕਤੀ ਦਾ ਪੂਰਨ ਤੌਰ 'ਤੇ, ਮਰਾਠਿਆਂ ਨੂੰ ਪੂਰਨ ਤੌਰ 'ਤੇ ਸਮਾਪਤ ਕੀਤਾ ਇਹਨੇ। ਕਿਹਨੇ? ਲਾਰਡ ਹੇਸਟਿੰਗ ਨੇ। ਤਾਂ ਬੱਚਿਓ ਇੱਥੇ ਇੱਕ ਪੁਆਇੰਟ ਹੋਰ ਯਾਦ ਰੱਖਣਾ, ਐਂਗਲੋ ਨੇਪਾਲ ਯੁੱਧ। ਦੇਖੋ ਬੱਚਿਓ ਨੇਪਾਲ ਨਾਲ ਵੀ, ਐਂਗਲੋ ਮਤਲਬ ਅੰਗਰੇਜ਼, ਨੇਪਾਲ ਨਾਲ ਵੀ ਯੁੱਧ ਸੀ ਇਹਨਾਂ ਦਾ 1806 ਦੇ ਵਿੱਚ। ਜਿਹੜਾ ਯੁੱਧ ਹੋਇਆ ਐਂਗਲੋ ਨੇਪਾਲ ਯੁੱਧ, ਉਹ ਇੱਕ ਸੰਧੀ ਨਾਲ ਸਮਾਪਤ ਹੋਇਆ ਸੀ, ਸੰਗੋਲੀ ਦੀ ਸੰਧੀ। ਤਾਂ ਤੁਹਾਨੂੰ ਇੱਥੇ 3 ਚੀਜ਼ਾਂ ਯਾਦ ਬੱਚਿਓ ਪਤਾ ਲੱਗ ਗਈਆਂ ਵੀ ਅੰਗਰੇਜ਼ਾਂ ਦਾ ਨੇਪਾਲ ਨਾਲ ਵੀ ਯੁੱਧ ਹੋਇਆ। ਕਦੋਂ ਹੋਇਆ? 1816 'ਚ। ਅਤੇ ਜਿੱਤੇ ਕੌਣ? ਅੰਗਰੇਜ਼ ਹੀ ਜਿੱਤੇ ਹੋਣਗੇ ਅਫਕੋਰਸ। ਅਤੇ ਬੱਚਿਓ ਅਤੇ ਇੱਥੇ 1816 ਦੇ ਵਿੱਚ ਕਿਹੜੀ ਸੰਧੀ ਨਾਲ ਯੁੱਧ ਸਮਾਪਤ ਹੋਇਆ? ਉਹ ਸੰਗੋਲੀ ਦੀ ਯੁੱਧ ਨਾਲ। ਕਿਹੜੀ ਸੰਧੀ ਨਾਲ? ਸੰਗੋਲੀ ਸੰਧੀ ਨਾਲ। ਤਾਂ ਲਾਰਡ ਹੇਸਟਿੰਗ ਦਾ ਮੈਨੂੰ ਬੱਚਿਓ ਪਤਾ ਲੱਗ ਗਿਆ, ਤੁਹਾਡੇ ਦਿਮਾਗ ਦੇ ਵਿੱਚ ਇਹ ਫਿੱਟ ਬੈਠ ਗਿਆ ਹੋਣਾ, ਲਾਰਡ ਹੇਸਟਿੰਗ। ਬੱਚਿਓ ਅਗਲਾ ਜਿਹੜਾ ਹੈਗਾ ਆਪਣਾ ਉਹ ਹੈ ਲਾਰਡ ਐਮਹਰਸਟ, 1823 ਤੋਂ ਲੈ ਕੇ 1823। ਬੱਚਿਓ ਨਾਮ ਯਾਦ ਰੱਖਿਓ ਇੱਕ ਵਾਰੀ, ਲਾਰਡ ਐਮਹਰਸਟ। ਬੱਚਿਓ ਇੱਥੇ 1824 ਦੇ ਵਿੱਚ ਇੱਕੋ ਇੱਕ ਯਾਦ ਰੱਖਣਾ ਵੀ ਪਹਿਲਾ ਐਂਗਲੋ ਬਰਮਾ ਯੁੱਧ 1824 ਤੋਂ 26 ਤੱਕ। ਬਸ ਇਹ ਵਾਲਾ ਕੋਈ ਉਹ ਨਹੀਂ ਬੱਚਿਓ, ਤੁਹਾਡੇ ਦਿਮਾਗ 'ਚ ਫਿੱਟ ਹੋਣਾ ਚਾਹੀਦਾ। ਲਾਰਡ ਐਮਹਰਸਟ ਕਦੋਂ ਸੀ? 1823 ਤੋਂ ਲੈ ਕੇ 1828 ਤੱਕ। ਕਦੋਂ ਕਿਹਦਾ ਕੀ ਹੋਇਆ ਇਹਦੇ ਦੌਰਾਨ? ਪਹਿਲਾ ਐਂਗਲੋ ਬਰਮਾ ਯੁੱਧ। ਲਾਰਡ ਐਮਹਰਸਟ। ਬਸ ਬੱਚਿਓ ਆਹ ਜਿਹੜਾ ਗਵਰਨਰ ਜਨਰਲ ਹੈ, ਇੱਥੇ ਪਹਿਲਾਂ ਇਹ ਬਹੁਤ ਘੈਂਟ ਗਵਰਨਰ ਜਨਰਲ ਹੈ ਬੱਚਿਓ। ਤੁਹਾਨੂੰ ਯਾਦ ਕਰਨ ਦੀ ਲੋੜ ਹੀ ਨਹੀਂ ਪੈਣੀ, ਬਸ ਤੁਸੀਂ ਇਹਦੇ ਕੰਮ ਸੁਣੋ, ਬਸ ਯਾਦ ਹੈ ਤੁਹਾਡੇ। ਪਹਿਲਾਂ ਤਾਂ ਬੱਚੇ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਵੀ ਇਹ ਭਾਰਤ ਦਾ ਪਹਿਲਾ ਗਵਰਨਰ ਜਨਰਲ ਹੈ। ਹੁਣ ਤੱਕ ਜਿਹੜੇ ਤੁਸੀਂ ਪੜ੍ਹੇ ਨੇ ਉਹ ਬੰਗਾਲ ਦੇ ਗਵਰਨਰ ਜਨਰਲ ਸੀ, ਪਰ ਹੁਣ ਲਾਰਡ ਵਿਲੀਅਮ ਬੈਂਟਿਕ, ਨਾਮ ਸੁਣ ਲਓ ਬੱਚਿਓ, ਲਾਰਡ ਵਿਲੀਅਮ ਬੈਂਟਿਕ 1828 ਤੋਂ ਲੈ ਕੇ 35 ਤੱਕ। ਦੁਬਾਰਾ ਰਿਪੀਟ ਕਰਦਾ ਬੱਚਿਓ ਮੈਂ, 1828 ਤੋਂ ਲੈ ਕੇ 1835 ਤੱਕ ਕੌਣ ਰਿਹਾ? ਲਾਰਡ ਵਿਲੀਅਮ ਬੈਂਟਿਕ। ਹੁਣ ਬੱਚਿਓ ਕੰਮ ਤਾਂ ਤੁਹਾਨੂੰ ਮੈਂ ਇਹਦੇ ਜਿਹੜੇ ਮਹਾਨ ਕੰਮ ਨੇ ਮੈਂ ਵੀ ਇਹਨਾਂ ਦਾ ਇਹਦੇ ਕੰਮਾਂ ਦਾ ਬਹੁਤ ਫੈਨ ਹੈ। ਪਹਿਲਾਂ ਤਾਂ ਇਹਨੇ ਸਤੀ ਪ੍ਰਥਾ ਬੱਚਿਓ 1829 ਦੇ ਵਿੱਚ ਹੀ ਰਾਜਾ ਰਾਮ ਮੋਹਨ ਰਾਏ ਦੇ ਕੋਸ਼ਿਸ਼ਾਂ ਦੇ ਕਰਕੇ 1829 ਦੇ ਵਿੱਚ ਸਤੀ ਪ੍ਰਥਾ 'ਤੇ ਰੋਕ ਲਾਤੀ। ਕਿਹਨੇ? ਲਾਰਡ ਵਿਲੀਅਮ ਬੈਂਟਿਕ ਨੇ। ਕੋਸ਼ਿਸ਼ਾਂ ਕਿਹਦੀਆਂ ਸੀ? ਲਾਰਡ ਵਿਲੀਅਮ ਰਾਜਾ ਰਾਮ ਮੋਹਨ ਰਾਏ ਦੀਆਂ। ਕਿਹਦੀਆਂ ਸੀ? ਰਾਜਾ ਰਾਮ ਮੋਹਨ ਰਾਏ ਦੀਆਂ। ਤਾਂ ਬੱਚਿਓ ਇੱਥੇ ਤੁਹਾਡੇ ਦਿਮਾਗ ਦੇ ਵਿੱਚ ਇੱਕ ਫਿੱਟ ਹੋ ਗਿਆ, ਸਤੀ ਪ੍ਰਥਾ ਕਦੋਂ ਖਤਮ ਹੋਈ ਉਹ ਤੁਹਾਡੇ ਦਿਮਾਗ ਦੇ ਵਿੱਚ ਫਿੱਟ ਹੋ ਗਿਆ ਹੋਣਾ। ਅਤੇ ਕਿਹਨੇ ਕੀਤੀ ਅਤੇ ਕਿਹਨੇ ਸਤੀ ਪ੍ਰਥਾ ਦੇ ਵਿੱਚ ਕੋਸ਼ਿਸ਼ਾਂ ਕੀਤੀਆਂ? ਉਹ ਸੀ ਕੌਣ ਸੀ? ਰਾਜਾ ਰਾਮ ਮੋਹਨ ਰਾਏ। ਇਹ ਵੀ ਇਹਨੂੰ ਬੱਚਿਓ ਪੁਨਰ ਜਾਗਰਣ ਦਾ ਪਿਤਾਮਾ ਕਿਹਾ ਜਾਂਦਾ ਹੈ। ਆਧੁਨਿਕ ਪੁਨਰ ਜਾਗਰਣ ਦਾ ਪਿਤਾਮਾ ਕਿਹਨੂੰ ਕਿਹਾ ਜਾਂਦਾ? ਰਾਜਾ ਰਾਮ ਮੋਹਨ ਰਾਏ ਨੂੰ, ਕਿਉਂਕਿ ਕੰਮ ਹੀ ਐਡਾ ਵੱਡਾ ਕਰ ਗਿਆ। ਦੇਖੋ ਕੰਮ ਸਤੀ ਪ੍ਰਥਾ, ਇਹ ਭਾਰਤੀਆਂ ਦੇ ਕਾਨੂੰਨ ਸੀ, ਉੱਤੋਂ ਡਗੇ ਵਜਾਉਂਦੇ ਸੀ ਜਦੋਂ ਸਤੀ ਕਰਨੀ, ਜਿਉਂਦੀ ਇਸਤਰੀ ਨੂੰ ਸਾੜਨਾ ਕਿੰਨਾ ਘਿਨਾਉਣਾ ਕੰਮ ਆ। ਦੇਖੋ ਬੱਚਿਓ ਸੋਚ ਕੇ ਦੇਖੋ ਤੁਸੀਂ, ਜਦੋਂ ਉਹਦਾ ਪਤੀ ਮਰ ਗਿਆ ਉਹਦੇ ਨਾਲ ਉਹਨੂੰ ਜਿੰਦਾ ਜਾਲ ਦਿੰਦੇ ਸੀ। ਤਾਂ ਇਹ ਕੰਮ ਕਿਹਨੇ ਖਤਮ ਕੀਤਾ ਹੁਣ ਸਾਰਾ? ਲਾਰਡ ਵਿਲੀਅਮ ਬੈਂਟਿਕ ਨੇ। ਦੂਸਰਾ ਕੰਮ ਮੈਂ ਤੁਹਾਨੂੰ ਦੱਸਿਆ ਤਾਂ ਬੱਚਿਓ 1833 ਦਾ 13 ਦੇ ਵਿੱਚ ਐਕਟ ਪੜ੍ਹਿਆ ਸੀ ਆਪਾਂ, ਇੱਕ ਹੁਣ 33 ਦਾ 20 ਸਾਲਾਂ ਬਾਅਦ ਆਇਆ ਕਰੂਗਾ ਆਉਂਦਾ। ਪਹਿਲਾਂ 73 ਦੇ ਵਿੱਚ ਆਇਆ, ਫਿਰ 93 ਦੇ ਵਿੱਚ ਆਇਆ, ਫਿਰ 13 ਦੇ ਵਿੱਚ ਆਇਆ, ਫਿਰ 1833 ਦਾ ਚਾਰਟਰ ਐਕਟ ਸੀ। ਉਹਦੇ ਅਨੁਸਾਰ ਇਹਨੂੰ ਭਾਰਤ ਦਾ ਪਹਿਲਾ ਗਵਰਨਰ ਜਨਰਲ ਕਿਹਾ ਜਾਂਦਾ। ਕਿਹਨੂੰ?
ਭਾਰਤ ਦਾ, ਪਹਿਲਾਂ ਬੰਗਾਲ ਸੀ ਇਕੱਲੇ, ਉਹਨੇ ਭਾਰਤ ਹੈ, ਕੌਣ? ਵਿਲੀਅਮ ਬੈਂਟਿਕ। ਤਾਂ ਬੱਚੋ ਦੂਸਰਾ ਕੰਮ ਇਹਦਾ ਸਤੀ ਪ੍ਰਥਾ। ਤੀਸਰਾ ਬੱਚੋ ਕੰਮ ਇਹਨੇ ਜਿਹੜਾ शिशु हत्या ਤੇ ਛੋਟੇ ਬੱਚਿਆਂ ਨੂੰ, ਕੁੜੀਆਂ ਨੂੰ ਮਾਰ ਦਿੰਦੇ ਸੀ ਫੀਮ ਦੇ ਕੇ। ਬੱਚੋ ਉਹ ਵੀ ਇਹਨੇ ਬੰਦ ਕਰਤੀ, ਲਾਅ ਬਣਾਤਾ, ਕਾਨੂੰਨ ਬਣਾਤਾ ਵੀ ਉਹਨੂੰ ਸਖਤ ਸਜ਼ਾ ਦਿੱਤੀ ਜਾਇਆ ਕਰੂ। ਕਿਹਨੂੰ? ਜੋ शिशु ਹੱਤਿਆ ਕਰੂਗਾ। ਇਹ ਬੱਚੋ ਦੋ ਕੰਮ ਤੁਸੀਂ ਸੋਚ ਕੇ ਦੇਖੋ ਕਿੰਨੇ ਵਿਲੀਅਮ ਬੈਂਟਿਕ ਨੇ ਕੀਤੇ ਹੈ। ਤਾਂ ਬੱਚੋ ਇੱਕ ਕਰਨਲ ਸਲੀਮਨ, ਇੱਕ ਬੰਦਾ ਸੀ ਕਰਨਲ ਸਲੀਮਨ ਦੀ, ਇਹਦੀ 1830 ਦੇ ਵਿੱਚ 1830 ਦੇ ਵਿੱਚ ਬੱਚਿਓ ਕਰਨਲ ਸਲੀਮਨ ਦੀ ਸਹਾਇਤਾ ਦੇ ਨਾਲ ਇਹਨੇ ਠੱਗੀ ਪ੍ਰਥਾ ਦਾ ਅੰਤ ਕਰਤਾ। ਕਿਹਦਾ? ਠੱਗੀ ਪ੍ਰਥਾ ਦਾ ਅੰਤ ਕਿਹਨੇ ਕੀਤਾ ਬੱਚਿਓ? ਵਿਲੀਅਮ ਬੈਂਟਿਕ ਨੇ। ਕਿਹਨੇ ਕੀਤਾ? ਵਿਲੀਅਮ ਬੈਂਟਿਕ ਨੇ। ਕਰਨਲ ਸਲੀਮਨ ਦੇ, ਯਾਦ ਰੱਖੋ ਬੱਚਿਓ, ਲੁਕੇ ਛਿਪੇ ਸਵਾਲ ਕਈ ਵਾਰੀ ਪੁੱਛ ਲੈਂਦੇ ਨੇ ਵੀ ਠੱਗੀ ਪ੍ਰਥਾ ਕਿਹਦੀ ਸਹਾਇਤਾ ਨਾਲ ਕੀਤਾ। ਜਿਵੇਂ ਤੁਹਾਨੂੰ ਇਹ ਤਾਂ ਪਤਾ ਹੀ ਹੋਣਾ ਵੀ ਸਤੀ ਪ੍ਰਥਾ ਰਾਜਾ ਮੋਹਨ ਰਾਏ, ਜਿਹਨੂੰ ਰਾਜਾ ਮੋਹਨ ਰਾਏ ਆਪਣੇ ਆਧੁਨਿਕ ਭਾਰਤ ਦਾ ਪੁਨਰਜਾਗਰਨ ਦਾ ਪਿਤਾਮਾ ਕਿਹਾ ਜਾਂਦਾ, ਠੀਕ ਹੈ ਨਾ। ਉਸ ਤਰੀਕੇ ਨਾਲ ਕਰਨਲ ਸਲੀਮਨ ਦੀ ਸਹਾਇਤਾ ਨਾਲ ਇਹਨੇ ਠੱਗੀ ਪ੍ਰਥਾ ਸਮਾਪਤ ਕਰਤੀ 1830 'ਚ। ਦੇਖੋ ਬੱਚੋ 29 'ਚ ਸਤੀ ਪ੍ਰਥਾ, 30 'ਚ ਠੱਗੀ ਪ੍ਰਥਾ, ਤੇ ਇੱਕ ਇਹਨਾਂ ਨੇ शिशु ਬਾਲਿਕਾ, ਬੱਚੇ ਮਾਰਨ ਦੀ, ਕੁੜੀਆਂ ਮਾਰਨ 'ਤੇ ਰੋਕ ਲਾਤੀ ਸੀ ਉਹਦੀ। ਤਾਂ ਬੱਚੋ ਇੱਥੇ ਇੱਕ ਹੋਰ ਤੁਹਾਨੂੰ ਮੈਂ ਦੱਸਾਂ ਕਿੱਡਾ ਘੈਂਟ ਕੰਮ ਕੀਤਾ 1835 'ਚ ਇਹਨੇ ਮੈਡੀਕਲ ਕਾਲਜ, ਦੁਬਾਰਾ ਰਿਪੀਟ ਕਰਦਾ ਬੱਚੋ ਮੈਂ, ਮੈਡੀਕਲ ਕਾਲਜ ਦੀ ਸਥਾਪਨਾ ਕੀਤੀ। ਕਿੱਥੇ? ਕਲਕੱਤੇ। ਮੈਡੀਕਲ ਕਾਲਜ ਦੀ ਸਥਾਪਨਾ ਬੱਚੋ ਕਿੱਥੇ ਕੀਤੀ ਨੇ? ਕਲਕੱਤੇ। ਕਿਹਨੇ? ਲਾਰਡ ਵਿਲੀਅਮ ਬੈਂਟਿਕ ਨੇ। ਬੱਚੋ ਮੇਰੇ ਹਿਸਾਬ ਨਾਲ ਤੁਹਾਡੇ ਬੈਂਟਿਕ ਥੋੜਾ ਵੀ ਫੇਵਰੇਟ ਹੋ ਗਿਆ ਹੋਣਾ। ਮੈਂ ਦੁਬਾਰਾ ਕੰਮ ਰਿਪੀਟ ਕਰਦਾ, ਭਾਰਤ ਦਾ ਪਹਿਲਾ ਪੂਰੇ ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਹੈ? ਵਿਲੀਅਮ ਬੈਂਟਿਕ। ਸਤੀ ਪ੍ਰਥਾ ਬਿਲਕੁਲ ਬੈਂਟਿਕ ਨੇ। ਇਸ ਤੋਂ ਬਾਅਦ ਮੈਡੀਕਲ ਕਾਲਜ ਦੀ ਸਥਾਪਨਾ ਬੈਂਟਿਕ ਨੇ। ਬੱਚੇ ਮਾਰਨ 'ਤੇ ਰੋਕ ਬੈਂਟਿਕ ਨੇ ਕੀਤਾ। ਇਸ ਤੋਂ ਬਾਅਦ ਠੱਗੀ ਪ੍ਰਥਾ 'ਤੇ ਰੋਕ ਬੈਂਟਿਕ ਨੇ ਕੀਤਾ। ਤਾਂ ਬੱਚੋ ਇਹਦੇ ਕੰਮ ਬਹੁਤ ਘੈਂਟ ਸੀ। ਇਸ ਤੋਂ ਬਾਅਦ ਬੱਚਿਓ ਨੇ ਸਿੱਖਿਆ ਦੇ ਸੰਬੰਧ ਵਿੱਚ ਵੀ ਪ੍ਰਚਾਰ ਕੀਤਾ। ਕਿਹਨੇ? ਲਾਰਡ ਵਿਲੀਅਮ ਬੈਂਟਿਕ ਨੇ 1828 ਤੋਂ ਲੈ ਕੇ 1835 ਤੱਕ। ਤਾਂ ਬੱਚਿਓ ਮੈਂ ਇੱਥੇ ਇੱਕ ਤੁਹਾਨੂੰ ਦੱਸਿਆ ਜਿਵੇਂ 1833 ਦੇ ਵਿੱਚ ਚਾਰਟਰ ਐਕਟ ਆਇਆ। ਕਿਹੜਾ ਆਇਆ ਸੀ 1833 ਵਿੱਚ? ਤਾਂ ਬੱਚੋ ਇੱਥੇ ਇਸ ਐਕਟ ਦਾ ਵੀ ਇੱਕ ਪ੍ਰਮੁੱਖ ਯਾਦ ਰੱਖ ਲਓ। ਜਿਵੇਂ 1813 ਵਾਲੇ ਤਾਂ ਥੋੜ੍ਹਾ ਜ਼ਿਆਦਾ ਹੋ ਗਿਆ ਹੋਣਾ ਵੀ 1 ਲੱਖ ਰੁਪਈਆ ਖਰਚ ਕਰਨਾ ਸੀ ਭਾਰਤੀਆਂ 'ਤੇ ਅੰਗਰੇਜ਼ਾਂ ਨੇ। 1833 ਵਾਲੇ ਦਾ ਵੀ ਇੱਕ ਵਿਸ਼ੇਸ਼ਤਾ ਯਾਦ ਰੱਖ ਲਓ, ਕਿਉਂਕਿ ਐਕਟ ਤੁਹਾਡੇ ਨਾਲ ਹੀ ਯਾਦ ਹੋਈ ਜਾਂਦੇ ਨੇ ਯਾਦ। 1833 ਦੇ ਐਕਟ ਦਾ ਮੁੱਖ ਕੰਮ ਸੀ ਬੱਚਿਓ, ਇੱਥੇ ਈਸਟ ਇੰਡੀਆ ਕੰਪਨੀ ਦੇ ਵਪਾਰਕ ਕੰਮ ਪੂਰੀ ਤਰ੍ਹਾਂ ਸਮਾਪਤ ਕਰਤੇ। ਮੈਂ ਰਿਪੀਟ ਕਰਦਾ ਬੱਚਿਓ, 1833 ਦੇ ਐਕਟ ਦੇ ਦੌਰਾਨ ਕੰਪਨੀ ਦੇ ਵਪਾਰਕ ਕੰਮ ਪੂਰੀ ਤਰ੍ਹਾਂ ਸਮਾਪਤ ਹੋ ਗਏ। ਕਿਉਂਕਿ ਬੱਚਿਓ ਕੰਪਨੀ ਹੁਣ ਵਪਾਰ ਕਰਨ ਵਾਸਤੇ ਨਹੀਂ ਰਹੀ, ਹੁਣ ਉਹ ਰਾਜ ਕਰਨ ਵਾਸਤੇ ਲੱਗ ਰਹੀ ਹੈ। ਇਹ ਤਾਂ ਨੈਚੁਰਲ ਹੀ ਹੈ। ਤਾਂ ਉਹ ਵਿਲੀਅਮ ਬੈਂਟਿਕ ਦੇ ਦੌਰਾਨ ਹੀ ਹੋਇਆ 1833 ਦੇ ਵਿੱਚ। ਇਸ ਤੋਂ ਬਾਅਦ ਬੱਚਿਓ ਸਰ ਚਾਰਲਸ ਮੈਟਕਾਫ ਆਉਂਦਾ 1835 ਤੋਂ 1 ਸਾਲ ਵਾਸਤੇ। ਬੱਚਿਓ ਚਾਰਲਸ ਚਾਰਲਸ ਮੈਟਕਾਫ, ਇਹਨੂੰ ਭਾਰਤੀ ਪ੍ਰੈਸ ਦਾ ਮੁਕਤੀਦਾਤਾ ਕਿਹਾ ਜਾਂਦਾ। ਹਜ਼ਾਰਾਂ ਪੇਪਰਾਂ 'ਚ ਬੱਚਿਓ ਛਪ ਚੁੱਕਿਆ ਕੁਐਸਚਨ, ਭਾਰਤੀ ਪ੍ਰੈਸ ਦਾ ਮੁਕਤੀਦਾਤਾ ਕਿਹੜੇ ਗਵਰਨਰ ਜਨਰਲ ਨੂੰ ਕਿਹਾ ਜਾਂਦਾ ਹੈ? ਉਹ ਹੈ ਚਾਰਲਸ ਮੈਟਕਾਫ। ਕਾਫ ਬੱਚਿਓ ਯਾਦ ਰੱਖ ਲਓ, ਕਫ ਹੁੰਦੀ ਹੈ ਖੰਘ, ਮੁਕਤੀ ਮਿਲ ਗਈ ਖੰਘ ਤੋਂ, ਇਸ ਤੋਂ ਪ੍ਰੈਸ ਦਾ ਮੁਕਤੀਦਾਤਾ ਬਣ ਗਿਆ ਵੈਸੇ ਚਾਰਲਸ ਮੈਟਕਾਫ। 1835 ਤੋਂ 1 ਸਾਲ ਰਿਹਾ। ਤਾਂ ਭਾਰਤੀ ਪ੍ਰੈਸ ਦਾ ਮੁਕਤੀਦਾਤਾ ਕਿਹਨੂੰ ਕਿਹਾ ਜਾਂਦਾ ਹੈ ਬੱਚਿਓ? ਚਾਰਲਸ ਮੈਟਕਾਫ ਨੂੰ। ਤਾਂ ਬੱਚਿਓ ਇਸ ਤੋਂ ਬਾਅਦ ਹਾਰਡਿੰਗ ਆਉਣਗੇ, ਲਾਰਡ ਹਾਰਡਿੰਗ। ਪਰ ਲਾਰਡ ਹਾਰਡਿੰਗ ਤੋਂ ਪਹਿਲਾਂ ਬੱਚਿਓ ਇੱਕ ਜਿਹੜਾ ਰਹਿ ਗਿਆ, 2 ਵਾਇਸਰਾਏ ਸੀ, ਉਹਨਾਂ ਦਾ ਇੱਕ ਯਾਦ ਰੱਖ ਲਿਓ, ਲਾਰਡ ਆਕਲੈਂਡ ਦੇ ਦੌਰਾਨ ਪਹਿਲਾ ਐਂਗਲੋ ਅਫਗਾਨ ਯੁੱਧ ਹੋਇਆ ਸੀ। ਲਾਰਡ ਆਕਲੈਂਡ ਦੇ ਨਾਲ। ਬੱਚਿਓ ਤੁਹਾਨੂੰ ਮੈਂ ਇੱਕ ਗੱਲ ਇੰਟਰਸਟਿੰਗ ਹੀ ਦੱਸਾਂ, ਪਹਿਲਾ ਐਂਗਲੋ ਅਫਗਾਨ ਯੁੱਧ ਇਹਨਾਂ ਨੇ ਪੰਗਾ ਤਾਂ ਲੈ ਲਿਆ ਚੌੜ 'ਚ। ਕਿਹਨਾਂ ਨੇ? ਅੰਗਰੇਜ਼ਾਂ ਨੇ। ਅਫਗਾਨਿਸਤਾਨ ਦੇ ਵਿੱਚ ਕੀ ਹੁੰਦੀ ਹੈ ਬੱਚਿਓ? ਫੀਮ। ਉਹਨਾਂ ਨੇ ਬੱਚਿਓ ਇੰਨੇ ਕੁੱਟੇ ਭਜਾ ਕੇ, ਸਿਰਫ ਤੇ ਸਿਰਫ ਇੱਕ ਅੰਗਰੇਜ਼ ਬਚ ਗਿਆ ਪੰਜਾਬ ਵਿੱਚ ਦੀ। ਪਹਿਲਾ ਅਫਗਾਨ ਯੁੱਧ ਇੰਨੀ ਬੁਰੀ ਤਰੀਕੇ ਨਾਲ ਹਾਰ ਗਏ ਸੀ। ਜਦੋਂ
ਹਾਰ ਗਏ ਬੱਚਿਓ। ਲਾਰਡ ਆਕਲੈਂਡ ਉਦੋਂ ਕੌਣ ਸੀ, ਗਵਰਨਰ ਜਨਰਲ ਸੀ ਭਾਰਤ ਦਾ, ਇਹਨੂੰ ਉਹਦੀ ਬੁਲਾ ਲਿਆ। ਕਿਉਂ ਬੁਲਾ ਲਿਆ? ਕਿਉਂਕਿ ਅੰਗਰੇਜ਼ਾਂ ਨੂੰ ਹਾਰ ਬਰਦਾਸ਼ਤ ਨਹੀਂ ਸੀ, ਇਹਨੇ ਕਮੀਆਂ ਕੱਢੀਆਂ ਇਹਦੇ ਵਿੱਚ। ਇਸ ਕਰਕੇ ਬੜਾ ਟਾਈਮ ਨਹੀਂ ਰਿਹਾ ਬੱਚਿਓ। ਪਹਿਲਾ ਐਂਗਲੋ ਅਫਗਾਨ ਯੁੱਧ ਜਿਹਦੇ ਦੌਰਾਨ ਆਕਲੈਂਡ, ਆਕ ਦੇ ਆੜੇ 'ਤੇ ਆਕ ਪੈਂਦਾ ਬੱਚਿਓ, ਐਂਗਲੋ ਅਫਗਾਨ ਯੁੱਧ ਯਾਦ ਹੋ ਗਿਆ ਹੋਣਾ। ਐਂਗਲੋ ਅਫਗਾਨ ਯੁੱਧ ਆਕਲੈਂਡ ਦੇ ਦੌਰਾਨ। ਇਸ ਤੋਂ ਬੱਚੇ ਮਤਲਬ ਅਗਲਾ ਜਿਹੜਾ ਲਾਰਡ ਐਲਨਬਰਾ ਬੱਚਿਓ, ਲਾਰਡ ਐਲਨਬਰੋ 1842 ਤੋਂ ਲੈ ਕੇ 1844 ਤੱਕ। ਲਾਰਡ ਐਲਨਬਰੋ ਬੱਚਿਓ, ਇਹਦੇ ਦੌਰਾਨ ਇੱਕ ਕੰਮ ਹੋਇਆ ਬਸ। ਦੋ ਕੰਮ ਬਹੁਤ ਮਸ਼ਹੂਰ ਨੇ ਇਹਦੇ, ਦਾਸ ਪ੍ਰਥਾ ਅਤੇ ਰੋਕ ਲਾਤੀ। ਤਾਂ ਬੱਚਿਓ ਇੱਕ ਕੰਮ ਹੋਇਆ, ਸਿੰਧ ਜਿਹੜਾ ਸੀ, ਸਿੰਧ ਪਾਕਿਸਤਾਨ ਨਾਲ ਵਿੱਚ ਹੈ, ਉਹਨੂੰ ਇਹਨਾਂ ਨੇ ਖਾਚਮ ਲਾ ਲਿਆ, ਆਪਦੇ ਰਾਜ 'ਚ ਬਣਾ ਲਿਆ ਸਿੰਧ ਨੂੰ। ਹੁਣ ਇਕੱਲਾ ਬੱਚਿਓ ਤੁਹਾਡੇ ਸਾਹਮਣੇ ਇੱਕ ਹੀ ਰਹੂਗਾ, ਕਿਹੜਾ ਰਹੂਗਾ? ਪੰਜਾਬ ਬਾਕੀ ਆ ਜੀ। ਸਾਰਾ ਭਾਰਤ ਇਹਨਾਂ ਨੇ ਕੈਪਚਰ ਕਰ ਲਿਆ, ਰੋਕ ਲਿਆ, ਤਾਂ ਇਕੱਲਾ ਹਜੇ ਭਾਰਤ ਪਿਆ, ਸੌਰੀ ਪੰਜਾਬ ਪਿਆ ਬੱਚਿਓ। ਅਗਲਾ ਬੱਚਿਓ ਜਿਹੜਾ ਤੁਹਾਡੇ ਸਾਹਮਣੇ ਸਕਰੀਨ 'ਤੇ ਹੈ, ਇਹ ਹੈ ਹਾਰਡਿੰਗ, ਲਾਰਡ ਹਾਰਡਿੰਗ ਬੱਚਿਓ। ਲਾਰਡ ਹਾਰਡਿੰਗ ਪੰਜਾਬ ਦੀ ਹਿਸਟਰੀ ਵਾਸਤੇ ਬਹੁਤ ਹੀ ਇੰਪੋਰਟੈਂਟ ਹੈ। ਕਿਉਂ? ਇਹਦਾ ਕਾਲ ਸੁਣੋ ਪਹਿਲਾਂ ਤਾਂ, 1844 ਤੋਂ ਲੈ ਕੇ 1848, 1844 ਤੋਂ ਲੈ ਕੇ 1848। ਮੇ ਵੀ ਬੱਚੇ ਤੁਹਾਡੇ ਦਿਮਾਗ ਦੇ ਵਿੱਚ ਆ ਗਈ ਹੋਣੀ ਗੱਲ ਵੀ ਪਹਿਲਾ ਐਂਗਲੋ ਸਿੱਖ ਯੁੱਧ, ਪਹਿਲਾ ਅੰਗਰੇਜ਼ ਸਿੱਖਾਂ ਨਾਲ ਪਹਿਲਾਂ ਯੁੱਧ ਹੋਇਆ। ਕਿਹਨਾਂ ਦਾ? ਅੰਗਰੇਜ਼ਾਂ ਦਾ। ਸਿੱਖਾਂ ਨਾਲ ਲੜਾਈ ਹੋਊਗੀ, ਕਦੋਂ ਹੋਊਗੀ? 1845 ਤੋਂ ਲੈ ਕੇ 46। 1845 ਤੋਂ ਲੈ ਕੇ 46 ਦੇ ਵਿੱਚ ਪਹਿਲੀ ਲੜਾਈ ਹੋਈ ਹੈ। ਉਸ ਦੌਰਾਨ ਪੁੱਛ ਲੈਣਗੇ ਤੁਹਾਨੂੰ ਵੀ ਪਹਿਲੇ ਐਂਗਲੋ ਸਿੱਖ ਯੁੱਧ ਦੌਰਾਨ ਕਿਹੜਾ ਗਵਰਨਰ ਜਨਰਲ ਸੀ ਭਾਰਤ ਦਾ? ਉਹ ਸੀ ਹਾਰਡਿੰਗ, ਲਾਰਡ ਹਾਰਡਿੰਗ। ਕੌਣ ਆ ਬੱਚਿਓ? ਲਾਰਡ ਹਾਰਡਿੰਗ। ਤਾਂ ਮੇਰੇ ਹਿਸਾਬ ਨਾਲ ਤੁਹਾਡੇ ਯਾਦ ਹੋ ਗਿਆ ਹੋਣਾ ਵੀ ਲੋੜ ਨਹੀਂ ਕਿ ਤੁਹਾਨੂੰ। ਲਾਰਡ ਹਾਰਡਿੰਗ ਵੇਲੇ ਪਹਿਲਾ ਐਂਗਲੋ ਸਿੱਖ ਯੁੱਧ ਹੋਇਆ ਬਸ, 1845 ਤੋਂ 46। ਇਸ ਤੋਂ ਬੱਚਿਓ ਜਿਸ ਤਰ੍ਹਾਂ ਬੈਂਟਿੰਗ ਨੇ ਕੰਮ ਕੀਤੇ, ਜਾਂ ਕਾਰਨਵਾਲਿਸ ਨੇ ਕੰਮ ਕੀਤੇ, ਜਾਂ ਵੈਲਜ਼ਲੀ ਨੇ ਕੰਮ ਕੀਤੇ ਅੰਗਰੇਜ਼ਾਂ ਵਾਸਤੇ, ਉਹਨਾਂ ਗਵਰਨਰ ਜਨਰਲਾਂ ਦੇ ਵਿੱਚ ਇੱਕ ਹੋਰ ਘੈਂਟ ਗਵਰਨਰ ਜਨਰਲ ਆ ਬੱਚਿਓ, ਇਹ ਹੈ, ਯਾਦ ਕਰੋ, ਡਲਹੌਜੀ, ਲਾਰਡ ਡਲਹੌਜੀ। ਡਲਹੌਜੀ ਤੁਸੀਂ ਗਏ ਵੀ ਹੋਵੋਗੇ ਬੱਚਿਓ, ਬਹੁਤ ਘੈਂਟ ਜਗ੍ਹਾ ਕੀ ਉਹਨੇ ਆਪਦੇ ਨਾਮ 'ਤੇ ਬਣਾਈ ਸੀ ਇਹ, ਡਲਹੌਜੀ ਨੇ, ਘੁੰਮਣ ਵਾਸਤੇ। 1848 ਤੋਂ ਲੈ ਕੇ ਬੱਚਿਓ 56 ਤੱਕ। ਲਾਰਡ ਡਲਹੌਜੀ ਦਾ ਕਾਲ ਕੀ ਹੈ? 1848 ਤੋਂ ਲੈ ਕੇ 56 ਤੱਕ ਬੱਚਿਓ। ਇਹ ਕਰੂਗਾ ਹੁਣ ਸੈੱਟ, ਜਵਾਨ ਦੀ ਉਮਰ ਦੇ ਵਿੱਚ ਆਇਆ ਸੀ ਬੱਚਿਓ ਇਹ, ਅਤੇ ਇਹਦੀ ਨੌਜਵਾਨ ਸੋਚ ਨੇ ਕੰਮ ਕੀਤਾ ਕਿ ਇੱਥੇ। ਹੁਣ ਮੈਂ ਇਹਦੇ ਕੰਮ ਬੱਚਿਓ ਮੈਂ ਦੱਸਦਾ ਕੀ। ਪਹਿਲਾਂ ਤਾਂ ਆਉਣ ਸਾਰ ਸਿੱਖਾਂ ਨਾਲ ਇਹਨੇ ਪੰਗਾ ਲੈ ਲਿਆ। ਦੂਸਰਾ ਐਂਗਲੋ ਸਿੱਖ ਯੁੱਧ ਕਿਹਦੇ ਦੌਰਾਨ ਹੋਇਆ? ਲਾਰਡ ਡਲਹੌਜੀ ਦੇ ਦੌਰਾਨ ਹੋਇਆ। ਤਾਂ ਉਹਦੇ ਵਿੱਚ ਸਿੱਖ ਹਾਰ ਗਏ ਸੀ, ਤਾਂ ਇਹਨੇ ਪੰਜਾਬ ਨੂੰ ਕੀ ਕਰ ਲਿਆ? ਆਪਣੇ ਰਾਜ 'ਚ ਬਣਾ ਲਿਆ। ਹੁਣ ਤੁਹਾਡੇ ਦਿਮਾਗ ਦੇ ਵਿੱਚ ਪਹਿਲਾਂ ਰੜਕੀ ਜਾਂਦਾ ਹੋਊਗਾ, ਪਹਿਲਾ ਸੀ 1845 46 ਲਾਰਡ ਹਾਰਡਿੰਗ ਦੇ ਦੌਰਾਨ, ਦੂਸਰਾ ਡਲਹੌਜੀ ਦੇ ਦੌਰਾਨ। ਬਸ ਹੁਣ ਪੰਜਾਬ ਨੂੰ ਵੀ ਲਾਰਡ ਡਲਹੌਜੀ ਨੇ ਕੀ ਮਿਲਾ ਲਿਆ? ਆਪਦੇ ਰਾਜ 'ਚ ਮਿਲਾ ਲਿਆ। ਇੱਥੇ ਨਹੀਂ ਰੁਕਿਆ ਇਹ ਕਹਿੰਦਾ ਆਪਾਂ ਕਿਉਂ ਇਹਨਾਂ ਨੂੰ ਇੰਨਾ ਉਹ ਕੀਤਾ। ਇਸ ਤੋਂ ਬਾਅਦ ਦੂਸਰਾ ਐਂਗਲੋ ਬਰਮਾ ਯੁੱਧ, ਬਰਮਾ ਨਾਲ ਯੁੱਧ ਲੈ ਲਿਆ ਇਹਨਾਂ ਨੇ 1850 ਦੇ ਵਿੱਚ। ਸਿੱਕਮ ਨੂੰ ਵੀ ਆਪਣੇ ਰਾਜ ਵਿੱਚ ਮਿਲਾ ਲਿਆ। ਦੇਖੋ, ਪੰਜਾਬ ਨੂੰ ਵੀ ਮਿਲਾਇਆ, ਸਿੱਕਮ ਨੂੰ ਵੀ ਮਿਲਾਇਆ। ਦੂਜਾ ਐਂਗਲੋ ਯੁੱਧ, ਬਰਮਾ ਯੁੱਧ ਹੋਇਆ 1850 ਦੇ ਵਿੱਚ। ਇਸ ਤੋਂ ਬੱਚਿਓ ਇੱਕ ਨਾ ਬੱਚਿਓ ਇੱਥੇ ਇਹਨੇ ਕਮਿਸ਼ਨ ਦੀ ਸਥਾਪਨਾ ਕੀਤੀ ਸੀ, ਬਹੁਤ ਇੰਪੋਰਟੈਂਟ ਹੈ। ਉਹ ਕਹਿੰਦਾ ਵੀ ਜਿਹੜੇ ਜੰਗੀਰਾਂ ਭੂਮੀ ਕਰ ਟੈਕਸ ਤੋਂ ਅਧੀਨ, ਜਿਹੜੀਆਂ ਜੰਗੀਰਾਂ ਪਈਆਂ ਨੇ ਉਹਨਾਂ ਦਾ ਕੋਈ ਹੱਲ ਕਰੋ। ਉਹ ਭਾਰ ਬਣ ਰਹੀਆਂ ਨੇ ਕਿਤੇ? ਆਪਣੇ ਬ੍ਰਿਟਿਸ਼ ਸਰਕਾਰ 'ਤੇ। ਉਹਨਾਂ ਵਾਸਤੇ ਇੱਕ ਕਮਿਸ਼ਨ ਬਿਠਾਇਆ, ਇਨਾਮ ਕਮਿਸ਼ਨ। ਬਹੁਤ ਪੇਪਰਾਂ 'ਚ ਪੁੱਛਿਆ ਜਾਂਦਾ ਬੱਚਿਓ, ਮਾਡਰਨ ਹਿਸਟਰੀ ਦੇ ਵਿੱਚ। ਇਨਾਮ ਕਮਿਸ਼ਨ ਕਾਹਦੇ ਵਾਸਤੇ ਆ? ਇਹ ਭੂਮੀ ਜਿਹੜੇ ਰਹਿਤ ਜੰਗੀਰਾਂ ਸੀ ਉਹਨਾਂ ਦਾ ਪਤਾ ਲਾਉਣ ਵਾਸਤੇ। ਕਿਹਨੇ ਬਣਾਇਆ ਸੀ? ਲਾਰਡ ਡਲਹੌਜੀ ਨੇ। ਇਨਾਮ ਕਮਿਸ਼ਨ, ਇਹ ਕਮਿਸ਼ਨ ਹੀ ਪੁੱਛੇ ਜਾਂਦੇ ਬੱਚਿਓ। ਇਸ ਤੋਂ ਬਾਅਦ ਬੱਚਿਓ ਤੁਸੀਂ ਜਿਵੇਂ ਵੈਲਜ਼ਲੀ ਨੂੰ ਸਹਾਇਕ ਸੰਧੀ ਵਾਸਤੇ ਯਾਦ ਕਰਦੇ ਹੋ, ਜਾਂ ਕਾਰਨਵਾਲਿਸ ਨੂੰ ਸਿਵਲ ਸੇਵਾ ਦਾ ਪਤਾਵਾਂ ਵਾਸਤੇ ਯਾਦ ਕਰਦੇ ਹੋ, ਤਾਂ ਬੱਚਿਓ ਇੱਥੇ
ਇੱਕ ਯਾਦ ਕਰਨ ਯੋਗ ਹੈ ਵੀ ਇਹਨੇ ਲੈਪਸ ਦੀ ਸੰਧੀ, ਲੈਪਸ ਦਾ ਸਿਧਾਂਤ, ਲੈਪਸ ਦਾ ਸਿਧਾਂਤ। ਤਾਂ ਬੱਚਿਓ ਲੈਪਸ ਦਾ ਸਿਧਾਂਤ ਕਰਕੇ ਲਾਰਡ ਡਲਹੌਜੀ ਜਾਣਿਆ ਜਾਂਦਾ ਹੈ। ਇਨਾਮ ਕਮਿਸ਼ਨ ਹੋ ਗਿਆ, ਅੰਗਰੇਜ਼ਾਂ ਨੂੰ ਸਿੱਖਾਂ ਨੂੰ ਪੰਜਾਬ ਨੂੰ ਮਿਲਾ ਲਿਆ, ਸਿੱਖਾਂ ਨੂੰ ਮਿਲਾ ਲਿਆ, ਇਨਾਮ ਕਮਿਸ਼ਨ ਦੀ ਸਭ ਕਰਤੀ। ਤਾਂ ਬੱਚਿਓ ਇਹਦਾ ਕੀ ਹੈ, ਡਾਕਟਰਾਈਨ ਆਫ ਲੈਪਸ, ਕਿਹਦਾ ਸਿਧਾਂਤ ਹੈ? ਲੈਪਸ ਦਾ ਸਿਧਾਂਤ, ਲੈਪਸ ਦੀ ਨੀਤੀ। ਬਹੁਤ ਸਮੇਂ ਤੋਂ ਪੜ੍ਹਦੇ ਨੇ ਬੱਚਿਓ। ਤਾਂ ਬੱਚਿਓ ਲੈਪਸ ਦੇ ਸਿਧਾਂਤ ਦੇ ਨਾਲ ਇਹਨੇ ਜਿਵੇਂ ਵੈਲਜ਼ਲੀ ਨੇ ਮਿਲਾਏ ਸੀ ਆਪਦੇ ਨਾਲ, ਉਵੇਂ ਇਹਨੇ ਜਿਹੜੇ ਕਿਸੇ ਵੀ ਜਿਹੜਾ ਬੰਦਾ ਜਿਹੜਾ ਸ਼ਾਸਕ ਉਹਦਾ ਕੋਈ ਔਲਾਦ ਨਹੀਂ ਹੁੰਦੀ ਸੀ, ਉਹਨੂੰ ਉਹਦੀ ਜ਼ਮੀਨ ਹੜੱਪ ਲੈਂਦੇ ਸੀ ਇਹ। ਤਾਂ ਸਭ ਤੋਂ ਪਹਿਲਾਂ 1848 ਦੇ ਵਿੱਚ ਸਤਾਰਾ ਨਾਂ ਦੇ ਸ਼ਾਸਕ ਤੋਂ ਇਹਨੇ ਕੀ ਲਿਆ, ਸਤਾਰਾ ਨਾਂ ਦੇ ਸ਼ਾਸਕ ਤੋਂ ਇਹਨੇ ਆਪਣਾ ਲੈਪਸ ਦੇ ਸਿਧਾਂਤ ਦੇ ਅਨੁਸਾਰ ਉਹਨੂੰ ਕੀ ਕਰ ਲਿਆ, ਹੜੱਪ ਲਿਆ। ਯਾਦ ਰੱਖਣਾ ਬੱਚਿਓ, ਪਿਛਲੀ 2-3 ਸਾਲਾਂ ਦਾ ਮਸ਼ਹੂਰ ਟਰੈਂਡਿੰਗ ਕੁਐਸਚਨ ਹੈ। ਲੈਪਸ ਦੇ ਸਿਧਾਂਤ ਮੁਤਾਬਕ ਕਿਹੜੇ ਕਿਹੜੇ ਰਾਜ ਹੜੱਪੇ ਗਏ, ਜਾਂ ਬ੍ਰਿਟਿਸ਼ ਰਾਜ ਨੇ ਮਿਲਾਏ ਗਏ, ਕਿਹੜੇ ਕਿਹੜੇ ਸੀ? ਪਹਿਲਾ ਰਾਜ ਸੀ ਸਤਾਰਾ 1848 ਦੇ ਵਿੱਚ, ਫਿਰ ਸੰਬਲਪੁਰ 1849 ਦੇ ਵਿੱਚ। ਇਹ ਤਾਂ ਨੈੱਟ ਦੇ ਵਿੱਚ ਪਿਛਲੀ ਵਾਰੀ ਬੱਚੇ ਪੁੱਛਿਆ ਗਿਆ ਕੁਐਸਚਨ ਹੈ। ਫਿਰ ਬਗਾਟ 1850 ਦੇ ਵਿੱਚ, ਫਿਰ ਉਦੈਪੁਰ 1852 ਦੇ ਵਿੱਚ, ਫਿਰ ਝਾਂਸੀ। ਬੱਚਿਓ ਝਾਂਸੀ ਤੁਹਾਨੂੰ ਯਾਦ ਹੀ ਹੋਣਾ, ਝਾਂਸੀ ਲਕਸ਼ਮੀ ਬਾਈ 1853 ਦੇ ਵਿੱਚ। ਲਾਸਟ ਦੇ ਬੱਚਿਓ ਨਾਗਪੁਰ 1854 ਦੇ ਵਿੱਚ। ਦੁਬਾਰਾ ਰਿਪੀਟ ਕਰਦਾ ਬੱਚਿਓ ਮੈਂ, ਸਤਾਰਾ, ਫਿਰ ਸੰਬਲਪੁਰ, ਫਿਰ ਬਗਾਟ, ਫਿਰ ਉਦੈਪੁਰ, ਫਿਰ ਝਾਂਸੀ, ਫਿਰ ਨਾਗਪੁਰ। ਇਹ ਕਈ ਵਾਰੀ ਕ੍ਰਮਵਾਰ ਪੁੱਛ ਲੈਂਦੇ ਨੇ ਬੱਚਿਓ ਪੇਪਰਾਂ ਦੇ ਵਿੱਚ, ਕਿਉਂਕਿ ਲੈਪਸ ਦਾ ਸਿਧਾਂਤ ਬਹੁਤ ਇੰਪੋਰਟੈਂਟ ਹੈ। ਬੱਚਿਓ ਇੱਕ ਹੋਰ ਕੰਮ ਇਹਦਾ, ਮੈਂ ਹੁਣ ਇਹਦੇ ਕੰਮ ਸੁਣੀ ਚੱਲਿਓ ਬੱਚਿਓ। ਇਹਦਾ ਕੰਮ ਵੁੱਡ ਡਿਸਪੈਚ, ਸਿੱਖਿਆ ਦੇ ਸੰਬੰਧ ਦੇ ਵਿੱਚ ਵੁੱਡ ਡਿਸਪੈਚ ਲਾਗੂ ਕੀਤਾ। ਹੁਣ ਸਿੱਖਿਆ ਨਾਲ ਤੁਹਾਡੇ ਦਿਮਾਗ ਵਿੱਚ ਪਹਿਲਾਂ ਹੀ ਵੈਸੇ ਹੁਣ 1813 ਵਿੱਚ 1813 ਦੇ ਚਾਰਟਰ ਐਕਟ ਮੁਤਾਬਕ 1 ਲੱਖ ਰੁਪਏ ਦੇਣਾ ਸੀ ਇਹਨਾਂ ਨੇ, ਕਿਹਨਾਂ ਨੇ? ਲਾਰਡ ਹੇਸਟਿੰਗ ਦੇ ਮੁਤਾਬਕ ਕਾਲ ਵੇਲੇ। ਪਰ ਇੱਥੇ ਲਾਰਡ ਡਲਹੌਜੀ ਵੇਲੇ ਇਹਨਾਂ ਨੇ ਇੱਕ ਸਿੱਖਿਆ ਸੰਬੰਧਿਤ ਵੁੱਡ ਡਿਸਪੈਚ ਲਾਗੂ ਕਰਤਾ। ਹੁਣ ਵੁੱਡ ਡਿਸਪੈਚ ਕੀ ਹੈ? ਚਾਰਲਸ ਵੁੱਡ ਇਹਦਾ ਬੱਚਿਓ ਚੇਅਰਮੈਨ ਹੀ ਲਾ ਲਓ ਇੱਕ ਤਰ੍ਹਾਂ ਦਾ। ਤਾਂ ਚਾਰਲਸ ਵੁੱਡ ਨੇ ਦੀ ਅਧੀਨਗੀ ਇੱਕ ਕਮਿਸ਼ਨ ਬਿਠਾਇਆ, ਚਾਰਲਸ ਵੁੱਡ ਕਿਹਾ ਜਾਂਦਾ ਇਹਨੂੰ। ਤਾਂ ਇਹਦੇ ਵਿੱਚ ਬੱਚਿਓ ਭਾਰਤ ਦੇ ਵਿੱਚ ਕਲਕੱਤਾ, ਮੁੰਬਈ, ਮਦਰਾਸ ਦੇ ਵਿੱਚ ਯੂਨੀਵਰਸਿਟੀਆਂ ਸਥਾਪਿਤ ਕਰਤੀਆਂ। ਯਾਦ ਰੱਖਿਓ ਵੀ ਚਾਰਲਸ ਵੁੱਡ ਦੇ ਮੁਤਾਬਕ ਸਿੱਖਿਆ ਨਾਲ ਸੰਬੰਧਿਤ ਹੈ ਚਾਰਲਸ ਵੁੱਡ। ਬੱਚਿਓ ਚਾਰਲਸ ਵੁੱਡ ਦਾ ਇਹਦਾ ਨਾਮ ਹੈ ਵੁੱਡ ਡਿਸਪੈਚ ਹੈ। ਕੀ ਹੈ? ਵੁੱਡ ਡਿਸਪੈਚ। ਚਾਰਲਸ ਵੁੱਡ ਦੀ ਅਧੀਨਗੀ ਅਧੀਨ ਬਣਿਆ ਸੀ ਵੁੱਡ ਡਿਸਪੈਚ ਹੈ ਬੱਚਿਓ। ਇਹ ਕਿਹੜਾ ਸਿੱਖਿਆ ਸੰਬੰਧ ਵਿੱਚ ਕਿਹੜਾ ਕਮਿਸ਼ਨ ਹੈ? ਵੁੱਡ ਡਿਸਪੈਚ। ਤਾਂ ਇਸ ਅਧੀਨ ਕਲਕੱਤਾ, ਮੁੰਬਈ, ਮਦਰਾਸ ਦੇ ਵਿੱਚ ਯੂਨੀਵਰਸਿਟੀਆਂ ਬਣੀਆਂ। ਤਾਂ ਬੱਚਿਓ ਵੁੱਡ ਡਿਸਪੈਚ ਨੂੰ ਭਾਰਤੀ ਸਿੱਖਿਆ ਦਾ ਮੈਗਨਾ ਕਾਰਟਾ ਕਿਹਾ ਜਾਂਦਾ ਹੈ। ਪਿੱਛੇ ਕੁਐਸਚਨ ਆਇਆ ਸੀ ਵੀ ਭਾਰਤੀ ਸਿੱਖਿਆ ਦਾ ਮੈਗਨਾ ਕਾਰਟਾ ਕਿਹਨੂੰ ਕਿਹਾ ਜਾਂਦਾ ਹੈ? ਤਾਂ ਉਹ ਹੈ ਵੁੱਡ ਡਿਸਪੈਚ। ਕੀ ਹੈ ਬੱਚਿਓ? ਵੁੱਡ ਡਿਸਪੈਚ। ਕਿਹਦੇ ਵੇਲੇ ਆਇਆ ਸੀ? ਲਾਰਡ ਡਲਹੌਜੀ ਵੇਲੇ। ਕਿਹਦੇ ਵੇਲੇ ਆਇਆ ਸੀ ਬੱਚਿਓ? ਲਾਰਡ ਡਲਹੌਜੀ ਵੇਲੇ। ਹੁਣ ਬੱਚਿਓ ਤੁਹਾਨੂੰ ਇਹ ਵੀ ਪਤਾ ਲੱਗ ਗਿਆ, ਇਨਾਮ ਕਮਿਸ਼ਨ ਵੀ ਪਤਾ ਲੱਗ ਗਿਆ, ਡਾਕਟਰਾਈਨ ਆਫ ਲੈਪਸ ਵੀ, ਲੈਪਸ ਦਾ ਸਿਧਾਂਤ ਵੀ ਪਤਾ ਲੱਗ ਗਿਆ, ਵੁੱਡ ਡਿਸਪੈਚ ਵੀ ਪਤਾ ਲੱਗ ਗਿਆ। ਹੁਣ ਤੁਹਾਡੇ ਦਿਮਾਗ ਦੇ ਵਿੱਚ ਇੱਕੋ ਇੱਕ ਇਹਦਾ ਕੰਮ ਮੈਂ ਤੁਹਾਨੂੰ ਦੱਸਾਂ, ਪਹਿਲੀ ਵਾਰੀ ਰੇਲ ਚਲਾਉਣਾ। ਤਾਂ ਬੱਚਿਓ ਭਾਰਤ ਦੇ ਵਿੱਚ ਪਹਿਲੀ ਵਾਰੀ ਰੇਲ 16 ਅਪ੍ਰੈਲ 1853 ਦੇ ਵਿੱਚ ਚਲਾਈ ਗਈ। ਕਦੋਂ ਚਲਾਈ ਗਈ? 16 ਅਪ੍ਰੈਲ 1853 ਦੇ ਵਿੱਚ। 16 ਅਪ੍ਰੈਲ 1853 ਦੇ ਵਿੱਚ ਭਾਰਤੀ ਰੇਲ ਚਲਾਈ ਗਈ ਬੱਚਿਓ। ਇਹ ਯਾਦ ਰੱਖਣਾ। ਕਿਹਨੇ ਚਲਾਈ? ਲਾਰਡ ਡਲਹੌਜੀ ਨੇ। ਕਿਹਨੇ ਚਲਾਈ ਬੱਚਿਓ? ਲਾਰਡ ਡਲਹੌਜੀ ਨੇ। ਇਸ ਤੋਂ ਬਾਅਦ 1854 ਦੇ ਵਿੱਚ ਹੋਰ ਕੰਮ ਕੀਤਾ ਬੱਚਿਓ, ਪੋਸਟ ਆਫਿਸ ਐਕਟ ਦਾ। ਪੋਸਟ ਆਫਿਸ ਐਕਟ ਜਾਂ ਡਾਕ ਟਿਕਟ ਦਾ, ਜਿਹੜਾ ਡਾਕ ਟਿਕਟ ਜਾਰੀ ਕੀਤੀ, ਜਾਂ ਡਾਕੀ ਵਾਲਾ ਕੰਮ ਪੋਸਟ ਐਕਟ। ਤਾਂ ਬੱਚਿਓ ਇਹੀ ਹੈ 1854 ਵਿੱਚ ਡਾਕ ਵਿਭਾਗ ਚਲਾਇਆ ਜਾਂ ਡਾਕ ਟਿਕਟ ਦਾ ਪ੍ਰਚਲਨ ਕੀਤਾ। ਕਿਹਦੇ ਦੌਰਾਨ? ਲਾਰਡ ਡਲਹੌਜੀ ਨੇ। ਤਾਂ ਇੱਕ ਬੱਚਿਓ ਆਪਾਂ ਕਹਿ ਲਈਏ ਸਾਰਵਜਨਿਕ ਲੋਕ ਨਿਰਮਾਣ ਵਿਭਾਗ ਦਾ, PWD ਆਪਾਂ ਕਹਿੰਦੇ ਹਾਂ, PWD ਦੀ ਸਥਾਪਨਾ ਲਾਰਡ ਡਲਹੌਜੀ ਵੇਲੇ ਹੋ ਗਈ ਸੀ ਬੱਚਿਓ, ਸਾਰਵਜਨਿਕ ਨਿਰਮਾਣ ਵਿਭਾਗ ਦੀ। ਤਾਂ ਇੱਕ ਬੱਚਿਓ, ਤਾਂ ਇਸ ਤੋਂ ਬਾਅਦ ਲੋਕ ਸੇਵਾ ਵਿਭਾਗ, ਅੱਜ ਕੱਲ੍ਹ ਆਪਾਂ ਬੱਚਿਓ ਇਹਨੂੰ ਸਿਵਲ ਸਰਵਿਸ ਸੇਵਾ ਕਹਿੰਦੇ ਹਾਂ।
ਸਿਵਲ ਸਰਵਿਸ ਸਿੱਖਿਆ ਜਿਹੜੇ ਵਿਭਾਗ ਦੀ ਸਥਾਪਨਾ ਕਿਹਨੇ ਕੀਤੀ ਸੀ? ਲਾਰਡ ਡਲਹੌਜ਼ੀ ਵੇਲੇ ਹੋਈ ਸੀ। ਤਾਂ ਬੱਚਿਓ ਕਲਕੱਤਾ ਅਤੇ ਆਗਰੇ ਦੌਰਾਨ ਤਾਰ ਸੇਵਾ ਦੀ ਸ਼ੁਰੂਆਤ ਵੀ ਇਸੇ ਦੌਰਾਨ ਹੀ ਹੋਈ। ਤਾਰ ਸੇਵਾ ਤੁਹਾਨੂੰ ਪਤਾ ਬੱਚਿਓ, ਇੱਕ ਤਾਂ ਪੋਸਟ ਆਪਣਾ ਡਾਕ ਸੇਵਾ ਹੁੰਦੀ, ਇੱਕ ਤਾਰ ਸੇਵਾ ਹੁੰਦੀ ਸੀ ਪਹਿਲਾਂ। ਤਾਰ ਸੇਵਾ ਕਲਕੱਤਾ ਤੋਂ ਆਗਰੇ ਦੇ ਵਿਚਕਾਰ ਲਾਰਡ ਡਲਹੌਜ਼ੀ ਦੌਰਾਨ ਹੋਈ। ਤਾਂ ਇਸ ਤੋਂ ਬਾਅਦ ਬੱਚਿਓ ਪਹਿਲੀ ਵਾਰੀ ਜਿਹੜੀ ਕੰਪੀਟੀਸ਼ਨ ਪ੍ਰੀਖਿਆ ਦੀ ਸ਼ੁਰੂਆਤ ਭਾਰਤੀ ਨਾਗਰਿਕ ਸੇਵਾ ਦੇ ਵਿੱਚ ਪਹਿਲੀ ਵਾਰੀ ਕੰਪੀਟੀਸ਼ਨ ਦੀ ਸ਼ੁਰੂਆਤ ਵੀ ਡਲਹੌਜ਼ੀ ਵੇਲੇ ਹੋਈ ਬੱਚਿਓ। ਹੁਣ ਬੱਚਿਓ ਇੰਨੇ ਕੰਮ ਹੋ ਗਏ ਇਹਦੇ, ਇਹ ਇਸੇ ਕਰਕੇ ਮਸ਼ਹੂਰ ਹੈ ਲਾਰਡ ਡਲਹੌਜ਼ੀ 1848 ਤੋਂ 1856। ਪਹਿਲਾਂ ਹੁਣ ਦੁਬਾਰਾ ਰਿਪੀਟ ਕਰਦੇ ਹਾਂ ਬੱਚਿਓ। ਇਹਦੇ ਦੌਰਾਨ ਇੱਕ ਤਾਂ ਸਿੱਖ ਯੁੱਧ ਹੋਇਆ, ਦੂਸਰਾ ਜਿਹਦੇ ਵਿੱਚ ਹਾਰ ਕੇ ਸਿੱਖ ਅਤੇ ਪੰਜਾਬ ਨੂੰ ਮਿਲਾ ਲਿਆ ਅਤੇ ਸਿੱਕਮ ਨੂੰ ਮਿਲਾ ਲਿਆ। ਦੂਸਰਾ ਐਂਗਲੋ ਬਰਮਾ ਯੁੱਧ ਹੋਇਆ ਅਤੇ ਇਨਾਮ ਕਮਿਸ਼ਨ ਬਣਿਆ ਅਤੇ ਬੱਚਿਓ ਆਪਣਾ ਕਹਿ ਲਈਏ ਡਾਕਟਰ ਫਲੈਪਸ ਦਾ ਸਿਧਾਂਤ ਅਤੇ ਚਾਰਲਸ ਵੁੱਡ ਹੋ ਗਿਆ। ਰੇਲ ਚਲਾਤੀ 16 ਅਪ੍ਰੈਲ 1853 ਨੂੰ। ਡਾਕ ਵਿਭਾਗ ਦੀ ਸਥਾਪਨਾ, ਸਾਰਵਜਨਿਕ ਨਿਰਮਾਣ ਵਿਭਾਗ ਦੀ ਸਥਾਪਨਾ, ਲੋਕ ਸੇਵਾ ਵਿਭਾਗ ਦੀ ਸਥਾਪਨਾ, ਕਲਕੱਤਾ ਅਤੇ ਆਗਰੇ ਦੇ ਵਿਚਕਾਰ ਤਾਰ ਸੇਵਾ ਸ਼ੁਰੂ ਹੋ ਗਈ ਬੱਚਿਓ। ਅਤੇ ਇਸ ਤੋਂ ਬਾਅਦ ਅਤੇ ਪ੍ਰੀਖਿਆ ਸੰਬੰਧੀ ਸ਼ੁਰੂਆਤ। ਇਸ ਤੋਂ ਬਾਅਦ ਬੱਚਿਓ ਇੱਕ ਤੁਹਾਡਾ ਫੈਕਟਰ ਹੈਗਾ ਦਾ 1857 ਦਾ ਐਕਟ, ਚਾਰਟਰ ਐਕਟ। ਬੱਚਿਓ 1857 ਦਾ ਚਾਰਟਰ ਐਕਟ ਇਹਦੇ ਦੌਰਾਨ ਹੀ ਹੋਇਆ ਸੀ। ਹੁਣ ਤੁਸੀਂ ਇਹਦੀ ਵਿਸ਼ੇਸ਼ਤਾ ਪੁੱਛੋਗੇ। 1813 ਵਾਲੇ ਥੋੜ੍ਹੇ ਯਾਦ ਹੋ ਗਏ ਹੋਣੀ, 1 ਲੱਖ ਰੁਪਈਆ। 1833 ਵਾਲੇ ਦੇ ਵੀ ਯਾਦ ਹੋ ਗਈ ਹੋਣੀ। ਚਾਰਟਰ ਐਕਟ ਦੀ ਕੰਪਨੀ ਨੇ ਵਪਾਰਕ ਕੰਮਾਂ ਦੀ ਸਥਾਪਨਾ ਪੂਰੀ ਤਰ੍ਹਾਂ ਖਤਮ ਕਰਤੀ ਸੀ। 1853 20 ਸਾਲਾਂ ਬਾਅਦ ਜਿਹੜਾ ਆਇਆ ਹੈ, ਇਹਦੀ ਵੀ ਤੁਹਾਡੇ ਯਾਦ ਹੋ ਜੂਗੀ, ਵਿਧਾਨ ਪਰਿਸ਼ਦ ਦੀ ਸਥਾਪਨਾ। ਤਾਂ ਬੱਚਿਓ 1853 ਦੇ ਚਾਰਟਰ ਐਕਟ ਵਿਧਾਨ ਪਰਿਸ਼ਦ ਦੀ ਸਥਾਪਨਾ ਹੋਈ ਸੀ। ਇਹ ਤੁਹਾਡੇ ਦਿਮਾਗ ਦੇ ਵਿੱਚ ਫਿੱਟ ਹੋ ਗਏ ਹੋਣਗੇ ਕੰਮ ਲਾਰਡ ਡਲਹੌਜ਼ੀ ਦੇ। ਇਸ ਤੋਂ ਬਾਅਦ ਬੱਚਿਓ ਲਾਸਟ ਲਾਰਡ ਕੈਨਿੰਗ ਬੱਚਿਓ। ਹੁਣ ਤੁਸੀਂ ਪੁੱਛੋਗੇ ਬੱਚਿਓ ਵੀ ਇਹ ਲਾਸਟ ਗਵਰਨਰ ਜਨਰਲ ਕਿਉਂ ਸੀ? ਬੱਚਿਓ ਇੱਥੇ ਤੱਕ ਗਵਰਨਰ ਜਨਰਲ ਸੀ। ਲਾਰਡ ਕੈਨਿੰਗ ਆਪਣਾ ਪਹਿਲਾ ਲਾਸਟ ਗਵਰਨਰ ਜਨਰਲ ਹੈ ਅਤੇ ਪਹਿਲਾ ਆਪਣਾ ਵਾਇਸਰਾਏ ਹੈ ਬੱਚਿਓ। ਇਹਦੇ ਦੌਰਾਨ ਇਹਦਾ ਕਾਲ ਸੁਣੋ ਪਹਿਲਾਂ ਤਾਂ 1856 ਤੋਂ ਲੈ ਕੇ 1862। 1856 ਤੋਂ ਲੈ ਕੇ 1862 ਲਾਰਡ ਕੈਨਿੰਗ। ਹੁਣ ਬੱਚੇ ਤੁਸੀਂ ਇੱਥੇ ਸੋਚਦੇ ਹੋਵੋਗੇ ਵੀ ਪਹਿਲਾ ਗਵਰਨਰ ਜਨਰਲ ਪਹਿਲਾ ਵਾਇਸਰਾਏ ਕਿਵੇਂ ਬਣਿਆ? ਬੱਚਿਓ 1857 ਦਾ ਵਿਦਰੋਹ ਇਹਦੇ ਦੌਰਾਨ ਹੁੰਦਾ ਹੈ, ਲਾਰਡ ਕੈਨਿੰਗ ਦੇ ਦੌਰਾਨ ਹੁੰਦਾ ਹੈ। 1857 ਦਾ ਵਿਦਰੋਹ ਤੁਹਾਨੂੰ ਪਤਾ ਬੱਚਿਓ ਬੈਰਕਪੁਰ ਛਾਉਣੀ ਤੋਂ ਸ਼ੁਰੂ ਹੋ ਕੇ ਦਿੱਲੀ, ਮੇਰਠ, ਲਖਨਊ ਸਾਰੇ ਪਾਸੇ ਘੁੰਮਦਾ, ਸਾਰੇ ਇੰਡੀਆ ਦੇ ਵਿੱਚ ਇਹਦੀ ਇਹ ਬੱਚੇ ਨੂੰ ਝੰਜੋੜਦਾ ਗਾ। ਤਾਂ ਲਾਰਡ ਕੈਨਿੰਗ 1857 ਤੋਂ ਵਿਦਰੋਹ ਤੋਂ ਬਾਅਦ ਬੱਚਿਓ ਆਪਾਂ ਸਿੱਧੇ ਇੰਗਲੈਂਡ ਦੇ ਮਹਾਰਾਣੀ ਕਰਾਊਨ ਦੇ ਅਧੀਨ ਹੋ ਜਾਂਦੇ ਹਾਂ। ਹੁਣ ਤੱਕ ਕੰਪਨੀ ਕਾਰਜਕਾਰ ਚਲਾਈ ਜਾਂਦੀ ਸੀ, ਹੁਣ ਕੰਪਨੀ ਜਾਂ ਆਪਾਂ ਸਾਰੇ ਜਿਹੜਾ ਸਾਰਾ ਭਾਰਤ ਹੈ ਉਹ ਕਿਹਦੇ ਅਧੀਨ ਹੋ ਜਾਵਾਂਗੇ? ਇੰਗਲੈਂਡ ਦੇ ਕਰਾਊਨ ਦੇ ਅਧੀਨ, ਸ਼ਾਹੀ ਰਾਜ ਦੇ ਅਧੀਨ ਹੋ ਜਾਵਾਂਗੇ ਬੱਚਿਓ 1857 ਦੇ ਵਿਦਰੋਹ ਤੋਂ ਬਾਅਦ। ਤਾਂ ਬੱਚਿਓ ਇੱਥੇ ਹੁਣ ਦੁਬਾਰਾ ਰਿਪੀਟ ਕਰਦਾ, ਭਾਰਤ ਦਾ ਆਖਰੀ ਗਵਰਨਰ ਜਨਰਲ ਕੌਣ ਹੈ? ਲਾਰਡ ਕੈਨਿੰਗ। ਅਤੇ ਪਹਿਲਾ ਵਾਇਸਰਾਏ ਕੌਣ ਹੈ? ਲਾਰਡ ਕੈਨਿੰਗ। ਹੁਣ ਬੱਚਿਓ ਇੱਥੇ ਇਹਦਾ ਨਾਮ ਚੇਂਜ ਹੋ ਜਾਂਦਾ ਕਿਉਂਕਿ ਇੱਥੇ ਹੁਣ ਤੱਕ ਗਵਰਨਰ ਜਨਰਲ ਸੀ, ਅਤੇ ਇਸ ਤੋਂ ਬਾਅਦ 1857 ਤੋਂ ਬਾਅਦ ਵਾਇਸਰਾਏ। ਕਿਉਂਕਿ ਇੱਥੇ ਬੱਚਿਓ ਇੱਕ ਹੋਰ ਪੋਸਟ ਇਹਨਾਂ ਨੇ ਬਣਾ ਦਿੱਤੀ ਹੈ, ਸੈਕਟਰੀ। ਤਾਂ ਇੱਥੇ ਸੈਕਟਰੀ ਹੈ, ਸਕੱਤਰੇਤ ਵੀ ਨਾਲ ਚੁਣਿਆ ਜਾਇਆ ਕਰੂਗਾ ਇਹਦੇ ਵਾਇਸਰਾਏ ਦੇ ਨਾਲ। ਤਾਂ ਬੱਚਿਓ 1857 'ਚ ਵਿਧਵਾ ਪੁਨਰ ਵਿਆਹ ਐਕਟ ਆਇਆ। ਤੁਹਾਨੂੰ ਪਤਾ ਹੀ ਹੋਣਾ ਸਤੀ ਪ੍ਰਥਾ ਵਾਲਾ ਵੀ, ਵਿਲੀਅਮ ਬੈਂਟਿੰਗ ਵਾਲਾ ਵੀ। ਤਾਂ ਇੱਥੇ ਵਿਧਵਾ ਪੁਨਰ ਵਿਆਹ ਦੀ ਕਈ ਵਾਰ ਡੇਟ ਪੁੱਛ ਲੈਂਦੇ ਨੇ ਬੱਚਿਓ, ਕਿਹਨੇ ਕੀਤਾ ਸੀ? 1856 ਦੇ ਵਿੱਚ ਵਿਧਵਾ ਪੁਨਰ ਵਿਆਹ। ਹੁਣ ਤੁਹਾਡੇ ਬੱਚਿਓ ਦਿਮਾਗ ਦੇ ਵਿੱਚ ਹੋਣਾ ਇਹ ਕਿਹਦੀਆਂ ਕੋਸ਼ਿਸ਼ਾਂ ਸਦਕੇ, ਕਿਉਂਕਿ ਇਹੋ ਜਿਹੇ ਕਾਨੂੰਨ ਜਿਹੜੇ ਬਣਦੇ ਨੇ ਬੱਚਿਓ, ਐਕਟ ਬਣਦੇ ਨੇ, ਕਿਸੇ ਦੀ ਕੋਸ਼ਿਸ਼ ਹੁੰਦੀ ਹੈ, ਉਹਦੇ ਪਿੱਛੇ ਬਹੁਤ ਵੱਡਾ ਸੰਘਰਸ਼ ਹੁੰਦਾ ਹੈ। ਤਾਂ ਬੱਚਿਓ ਮੈਨੂੰ ਦੱਸਿਓ ਵੀ ਵਿਧਵਾ ਪੁਨਰ ਵਿਆਹ, ਕਿਉਂਕਿ ਮੈਂ ਤੁਹਾਨੂੰ ਦੱਸ ਸਕਾਂ ਸਤੀ ਪ੍ਰਥਾ ਰਾਜਾ ਮੋਹਨ ਰਾਏ, ਤਾਂ ਤੁਹਾਡਾ ਹੱਕ ਬਣਦਾ ਹੈ ਵੀ ਵਿਧਵਾ ਪੁਨਰ ਵਿਆਹ ਕਿਹਦੀਆਂ ਕੋਸ਼ਿਸ਼ਾਂ ਸਦਕੇ ਆਇਆ ਸੀ। ਤਾਂ ਬਣਾਇਆ ਤਾਂ ਕੀ ਨਹੀਂ ਸੀ? ਲਾਰਡ ਕੈਨਿੰਗ ਨੇ ਐਕਟ ਬਣਾਤਾ ਸੀ ਇਹ। ਤਾਂ ਬੱਚਿਓ ਤਾਂ ਇਸ ਤੋਂ ਬਾਅਦ ਬੱਚਿਓ ਹਾਈ ਕੋਰਟਸ ਬੰਬਈ, ਕਲਕੱਤਾ, ਮਦਰਾਸ ਦੇ ਵਿੱਚ
ਹਾਈ ਕੋਰਟਸ ਬਣਾਈਆਂ ਗਈਆਂ, ਮੁੰਬਈ, ਕਲਕੱਤਾ, ਮਦਰਾਸ ਦੇ ਵਿੱਚ, ਉਹ ਵੀ ਲਾਰਡ ਕੈਨਿੰਗ ਨੇ ਹੀ ਬਣਾਈਆਂ। ਤਾਂ ਬੱਚੋ ਇੱਥੇ ਇੱਕ ਹੋਰ 1861 ਦੇ ਵਿੱਚ ਇੰਡੀਅਨ ਕੌਂਸਲ ਐਕਟ ਅਧੀਨ ਪੋਰਟਫੋਲੀਓ ਬਣਾਇਆ ਗਿਆ। ਪੋਰਟਫੋਲੀਓ ਨਿਯੁਕਤ ਕਰਦੇ ਬੱਚੇ। ਹੁਣ ਪੋਰਟਫੋਲੀਓ ਨਹੀਂ ਪਤਾ ਹੋਣਾ ਤੁਹਾਨੂੰ, ਜਿਹੜੇ ਤੁਸੀਂ ਮੰਤਰੀ ਬਣਦੇ ਦੇਖੇ ਹੋ, ਕੋਈ ਮਾਲ ਮੰਤਰੀ ਹੈ, ਕੋਈ ਸੜਕ ਮੰਤਰੀ ਹੈ, ਕੋਈ ਮੰਤਰੀ ਹੈ, ਤਾਂ ਇਹ ਸਾਰੇ ਪੋਰਟਫੋਲੀਓ ਅਧੀਨ ਨੇ ਬੱਚੇ। ਇਹਨਾਂ ਨੂੰ ਪੋਰਟਫੋਲੀਓ ਕਿਹਾ ਜਾਂਦਾ ਕਿਉਂਕਿ ਇਹਨਾਂ ਨੂੰ ਅਹੁਦੇ ਦਿੱਤੇ। ਕਿਸੇ ਨੂੰ ਅਹੁਦਾ ਦੇਣਾ, ਕਿਸੇ ਸੜਕ ਵਿਭਾਗ ਵਿਭਾਗ ਦੇਣਾ, ਉਹ ਹੁੰਦਾ ਬੱਚੇ ਪੋਰਟਫੋਲੀਓ। ਤਾਂ ਪੋਰਟਫੋਲੀਓ ਕਿਹਦੇ ਅਧੀਨ ਕਦੋਂ ਚੱਲਿਆ? ਲਾਰਡ ਕੈਨਿੰਗ ਦੇ ਅਧੀਨ ਚੱਲਿਆ। ਹੁਣ ਬੱਚੇ ਦੁਬਾਰਾ ਰਿਪੀਟ ਕਰਦੇ ਹਾਂ। ਭਾਰਤ ਦਾ ਪਹਿਲਾ ਗਵਰਨਰ ਜਨਰਲ ਭਾਰਤ ਦਾ ਪਹਿਲਾ ਵਾਇਸਰਾਏ ਅਤੇ ਆਖਰੀ ਗਵਰਨਰ ਜਨਰਲ ਲਾਰਡ ਕੈਨਿੰਗ ਸੀ। 1857 ਵਿਦਰੋਹ ਵੇਲੇ ਕੌਣ ਸੀ? ਲਾਰਡ ਕੈਨਿੰਗ ਸੀ। ਅਤੇ ਹਾਈ ਕੋਰਟ ਮੁੰਬਈ, ਕਲਕੱਤਾ, ਮਦਰਾਸ ਦੇ ਵਿੱਚ ਬਣੀਆਂ। ਵਿਧਵਾ ਪੁਨਰ ਵਿਆਹ ਅਤੇ ਪੋਰਟਫੋਲੀਓ ਪ੍ਰਣਾਲੀ, ਇਹ ਬੱਚੋ ਲਾਰਡ ਕੈਨਿੰਗ ਦੇ ਅਧੀਨ ਆਈ ਕੰਮ ਆਉਂਦੇ। ਇਸ ਤੋਂ ਬੱਚੋ ਇਲਗਨ, ਲਾਰਡ ਇਲਗਨ, ਇਹਦੇ ਬੱਚੋ ਇੱਕੋ ਇੱਕ ਕੰਮ ਯਾਦ ਰੱਖਣਾ ਇਹਦਾ, ਵਹਾਬੀ ਅੰਦੋਲਨ ਦਾ ਦਮਨ। ਵਹਾਬੀ ਬੱਚੋ ਮੁਸਲਮਾਨ ਸੀ। ਇਹ ਆਪਦੀਆਂ ਮੰਗਾਂ ਨੂੰ ਲੈ ਕੇ ਪੂਰੇ ਇੰਡੀਆ ਦੇ ਵਿੱਚ ਮਸ਼ਹੂਰ ਸੀ। ਉਸ ਵੇਲੇ ਵਹਾਬੀਆਂ ਦਾ ਜਿਹੜਾ ਅੰਦੋਲਨ ਸੀ ਉਹਦਾ ਦਮਨ ਕਰਨ ਵਾਸਤੇ ਲਾਰਡ ਇਲਗਨ ਸੀ। 1 ਸਾਲ ਹੀ ਰਿਹਾ ਬੱਚੋ, 1862 ਤੋਂ ਲੈ ਕੇ 63 ਤੱਕ। ਇਸ ਤੋਂ ਬੱਚੋ ਅਗਲਾ ਹੈਗਾ ਲਾਰਡ ਮਾਇਓ। ਕੌਣ ਬੱਚੋ? ਲਾਰਡ ਮਾਇਓ। ਇਹ 72 ਤੱਕ, 1872 ਤੱਕ ਰਿਹਾ। 1869 ਤੋਂ ਲੈ ਕੇ 1872 ਤੱਕ ਬੱਚੋ। ਕੌਣ? ਲਾਰਡ ਮਾਇਓ। ਤਾਂ ਬੱਚੋ ਇਹਦਾ ਇੱਕੋ ਇੱਕ ਕੰਮ ਯਾਦ ਰੱਖਣਾ, ਮਰਦਮਸ਼ੁਮਾਰੀ ਦੀ ਸ਼ੁਰੂਆਤ, ਜਾਂ ਕਹਿੰਦੇ ਆਪਾਂ ਸੈਂਸਸ ਦੀ ਸ਼ੁਰੂਆਤ ਕੀਤੀ, ਜਾਂ ਜਨਗਣਨਾ ਦੀ ਸ਼ੁਰੂਆਤ ਕੀਤੀ। 1872 ਦੇ ਵਿੱਚ ਪਹਿਲੀ ਜਨਗਣਨਾ ਕਿਹਨੇ ਸ਼ੁਰੂ ਕੀਤੀ ਸੀ? ਲਾਰਡ ਮਾਇਓ ਨੇ। ਐਡਾ ਘੈਂਟ ਕੰਮ ਹੁਣ ਵੀ 2021 ਦੇ ਵਿੱਚ ਹੋ ਗਈ ਬੱਚੋ। ਉਦੋਂ ਇਹਨੇ ਕੀਤੀ ਸੀ। ਕਦੋਂ? 1872 ਦੇ ਵਿੱਚ ਪਹਿਲੀ ਜਨਗਣਨਾ। ਬਹੁਤ ਵਾਰੀ ਕੁਐਸਚਨ ਆਇਆ ਬੱਚੋ, ਇਹ ਤੁਹਾਡੇ ਦਿਮਾਗ ਦੇ ਵਿੱਚ ਫਿੱਟ ਹੋਣਾ ਚਾਹੀਦਾ, ਇਹ ਭੁੱਲਣਾ ਨਹੀਂ ਹੈਗਾ ਤੁਸੀਂ। ਕੌਣ ਉਹ? ਲਾਰਡ ਮਾਇਓ। ਤਾਂ ਬੱਚੋ ਇੱਕ ਕੰਮ ਹੋਰ ਦਾ ਬਹੁਤ ਇੰਪੋਰਟੈਂਟ ਹੈ, ਖੇਤੀਬਾੜੀ ਵਿਭਾਗ ਦੀ ਸਥਾਪਨਾ। ਖੇਤੀਬਾੜੀ ਵਿਭਾਗ ਦੀ ਸਥਾਪਨਾ ਕਰਨੀ ਬੱਚੋ, ਇਹਦੇ ਹੱਕ 'ਚ ਹੀ ਜਾਂਦਾ ਲਾਰਡ ਮਾਇਓ ਦੇ ਵਿੱਚ। ਮਾਇਓ ਦੇ 2 ਕੰਮ ਯਾਦ ਰੱਖਣੇ ਬੱਚੋ। ਇੱਕ ਮਾਇਓ ਕਾਲਜ ਤਾਂ ਅਜਮੇਰ ਵਿੱਚ ਖੋਲ੍ਹਿਆ ਸੀ ਨੇ। ਮਾਇਓ ਕਾਲਜ ਅਜਮੇਰ ਦੇ ਵਿੱਚ ਖੋਲ੍ਹਿਆ ਸੀ 1872 ਦੇ ਵਿੱਚ। ਪਰ ਇਹਦੇ ਖੇਤੀਬਾੜੀ ਵਿਭਾਗ ਦੀ ਸਥਾਪਨਾ ਕਰਨੀ ਅਤੇ ਜਨਗਣਨਾ ਦੀ ਸ਼ੁਰੂਆਤ ਕਰਨੀ, ਭਾਰਤ ਵਿੱਚ ਪਹਿਲੀ ਜਨਗਣਨਾ ਦੀ ਸ਼ੁਰੂਆਤ ਕਰਨੀ। ਇਹ 2 ਕੰਮ ਬੱਚੋ ਬਹੁਤ ਮਸ਼ਹੂਰ ਨੇ ਇਹਦੇ, ਲਾਰਡ ਮਾਇਓ ਦੇ। ਬੱਚੋ ਲਾਰਡ ਨਾਰਥਬਰੁੱਕ 1872 ਤੋਂ ਲੈ ਕੇ 76 ਤੱਕ। 1872 ਤੋਂ ਲੈ ਕੇ 76 ਤੱਕ ਬੱਚੋ। ਇਹ ਲਾਰਡ ਨਾਰਥਬਰੁੱਕ ਪੰਜਾਬ ਵਾਸਤੇ ਕਿਉਂ ਮਸ਼ਹੂਰ ਹੈ? ਲਿੰਕ ਟੱਚ ਕਰਨਾ ਆਪਣੇ ਇਹਦੇ ਨਾਲ ਬੱਚੋ, ਇੱਕ ਯਾਦ ਰੱਖਣੇ ਆ। ਪੰਜਾਬ ਦੇ ਵਿੱਚ ਲਾਰਡ ਨਾਰਥਬਰੁੱਕ ਸੀ ਜਦੋਂ, ਉਦੋਂ ਪੰਜਾਬ ਦੇ ਵਿੱਚ ਕੂਕਾ ਅੰਦੋਲਨ ਸ਼ੁਰੂ ਸੀ। 1872 ਤੋਂ 76 ਲਾਰਡ ਨਾਰਥਬਰੁੱਕ। ਕੀ ਯਾਦ ਰੱਖਣਾ ਬੱਚੋ? ਲਾਰਡ ਨਾਰਥਬਰੁੱਕ। ਕੌਣ? 1872 ਤੋਂ ਲੈ ਕੇ 76 ਦੇ ਵਿੱਚ ਪੰਜਾਬ ਦੇ ਵਿੱਚ ਕੂਕਾ ਅੰਦੋਲਨ। ਪੰਜਾਬ ਦੇ ਵਿੱਚ ਕੂਕਾ ਅੰਦੋਲਨ ਕਿਹਨੇ ਸ਼ੁਰੂਆਤ ਕੀਤੀ ਬੱਚੋ? ਲਾਰਡ ਨਾਰਥਬਰੁੱਕ ਨੇ। ਤਾਂ ਬੱਚੋ ਇੱਥੇ 1800 ਇਸੇ ਦੇ ਕਾਲ ਦੌਰਾਨ ਸਵੇਜ ਨਹਿਰ ਖੁੱਲ੍ਹੀ ਸੀ। ਸਵੇਜ ਨਹਿਰ ਖੁੱਲ੍ਹਣ ਦੇ ਕਰਕੇ ਬੱਚਿਓ, ਕਿੱਥੇ ਤਾਂ ਪਹਿਲਾਂ ਕੇਪ ਆਫ ਗੁੱਡ ਦੇ ਰਸਤੇ ਨਾਲ ਆਉਂਦੇ ਸੀ ਅੰਗਰੇਜ਼, ਉੱਪਰ ਦੀ ਅਫਰੀਕਾ ਦੇ ਉੱਪਰ ਦੀ ਘੁੰਮ ਕੇ ਆਉਂਦੇ ਸੀ, ਕਿੰਨੇ ਕਿਲੋਮੀਟਰ ਘੁੰਮ ਕੇ ਆਉਂਦੇ ਸੀ ਭਾਰਤ ਦੇ ਵਿੱਚ। ਬੱਚਿਓ ਸਵੇਜ ਨਹਿਰ ਖੁੱਲ੍ਹ ਜਾਣ ਦੇ ਕਰਕੇ ਸਿੱਧਾ ਡਾਇਰੈਕਟ ਆਉਣ ਲੱਗ ਗਏ। ਯੂਰਪ ਤੋਂ ਬਹੁਤ ਕਿਲੋਮੀਟਰਾਂ ਦਾ, ਬਹੁਤ 100 ਕਿਲੋਮੀਟਰਾਂ ਦਾ ਬੱਚਿਓ ਫਰਕ ਪੈ ਗਿਆ। ਇਹ ਤੁਹਾਡੇ ਦਿਮਾਗ ਦੇ ਵਿੱਚ ਸਵੇਜ ਨਹਿਰ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਨਕਸ਼ੇ 'ਤੇ ਦੇਖੋ ਇਹਨੂੰ, ਸਵੇਜ ਨਹਿਰ ਕਿੱਥੋਂ ਦੀ ਸੀ, ਪਹਿਲਾਂ ਕਿਵੇਂ ਆਉਂਦੀ ਸੀ। ਕੇਪ ਆਫ ਗੁੱਡ ਰਸਤਾ ਸੀ ਪਹਿਲਾਂ ਤਾਂ, ਅਫਰੀਕਾ ਦੇ ਉੱਪਰ ਦੀ ਘੁੰਮ ਕੇ ਆਉਂਦੀ ਸੀ। ਸਵੇਜ ਨਹਿਰ ਖੁੱਲ੍ਹਣ ਦੇ ਕਰਕੇ ਕੀ ਹੋ ਗਿਆ, ਸਿੱਧਾ ਯੂਰਪ ਤੋਂ ਭਾਰਤ ਆਉਣ ਲੱਗ ਗਏ ਬੱਚੋ ਸਿੱਧਾ। ਇਹ ਤੁਹਾਡੇ ਦਿਮਾਗ ਦੇ ਵਿੱਚ ਫਿੱਟ ਹੋਣਾ ਚਾਹੀਦਾ ਹੈ। ਤਾਂ ਬੱਚੋ ਇਹਦੇ ਨਾਲ ਸਵੇਜ ਨਹਿਰ ਖੁੱਲ੍ਹ ਕਰਨ ਦੇ ਕਰਕੇ ਕੀ ਹੋਇਆ? ਵਪਾਰ ਵਧੂਗਾ ਘਟੂਗਾ? ਭਾਰਤੀਆਂ ਦੀ ਲੁੱਟ ਖਸੁੱਟ ਵਧੂਗੀ ਘਟੂ? ਤਾਂ ਬੱਚੋ ਭਾਰਤ 'ਤੇ ਲੁੱਟ ਖਸੁੱਟ ਜ਼ਿਆਦਾ ਵੱਧ ਗਈ। ਵਧਣੀ ਸੀ ਬੱਚਿਓ, ਆਪਦੀਆਂ ਚੀਜ਼ਾਂ ਵੱਧ ਵੇਚੀ ਗਏ, ਆਪਣੇ ਦਾ ਘੱਟ ਦਾਮ ਸੀ। ਆਪਣੇ ਜਿਹੜੇ ਛੋਟੇ ਛੋਟੇ ਆਪਣੇ ਕਿਸਾਨ ਸੀ, ਉਹ ਕਰਜ਼ੇ ਅਧੀਨ ਸੀ।
ਅਤੇ ਦੂਸਰਾ ਜਿਹੜੇ ਆਪਣੇ ਭਾਰਤ ਦੀਆਂ ਚੀਜ਼ਾਂ ਸੀ ਉਹ ਖਤਮ ਹੁੰਦੀਆਂ ਜਾ ਰਹੀਆਂ ਸੀ ਅਤੇ ਆਪਦੀਆਂ ਇਹ ਚੀਜ਼ਾਂ ਵੇਚਦੇ ਇਹ ਆਪਾਂ ਨੂੰ ਘੱਟ ਮਜ਼ਦੂਰੀ ਦਿੰਦੇ ਸੀ, ਉੱਥੇ ਜਾ ਕੇ ਇਹ ਵੱਧ ਕਮਾਉਂਦੇ ਸੀ। ਤਾਂ ਬੱਚਿਓ ਆਪਣੀ ਸੋਨੇ ਦੀ ਜਿਹੜੀ ਚਿੜੀ ਸੀ ਉਹ ਹੌਲੀ 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 ਇਹਨਾਂ ਨੇ ਜਮਾਂ ਲੁੱਟ ਕੇ ਖਾ ਲਈ। ਤਾਂ ਬੱਚਿਓ ਇਸ ਤੋਂ ਬਾਅਦ ਵਾਲੇ ਜਿਹੜੇ ਗਵਰਨਰ ਜਨਰਲ ਨੇ, ਸੌਰੀ ਵਾਇਸਰਾਏ ਰਹਿ ਗਏ ਹੁੰਦਾ, ਉਹ ਆਪਾਂ ਅਗਲੇ ਪਾਰਟ 'ਚ ਕਰਾਂਗੇ ਕਿਉਂਕਿ ਪਾਰਟ ਬਹੁਤ ਵੱਡਾ ਹੋ ਜਾਂਦਾ। ਤਾਂ ਬੱਚਿਓ ਇੱਥੋਂ ਤੱਕ ਮੈਨੂੰ ਲੱਗਦਾ ਵੀ ਤੁਹਾਡੇ ਮਾਡਰਨ ਹਿਸਟਰੀ ਕਰ ਗਈ ਹੋਣੀ, ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਵਾਰਨ ਹਿਸਟਰੀ ਤੋਂ ਬਾਅਦ ਕਿਸ ਤਰ੍ਹਾਂ ਕਿਹੜੇ ਕਿਹੜੇ ਗਵਰਨਰ ਜਨਰਲ ਆਏ, ਕੀ ਕੰਮ ਸੀ। ਤੁਹਾਨੂੰ ਉਹਨਾਂ ਵਾਸਤੇ ਯਾਦ ਨਹੀਂ ਕਰਨੇ ਪੈਣੇ, ਰਿਪੀਟ ਕਰਨਾ ਪਊਗਾ ਕਈ ਵਾਰੀ, ਇੱਕ ਵਾਰੀ ਜ਼ਰੂਰ ਵੀ ਪਹਿਲਾਂ ਵਾਰਨ ਹੇਸਟਿੰਗ ਸੀ, ਦੂਸਰਾ ਕਾਰਨਵਾਲਿਸ ਸੀ, ਫਿਰ ਵੈਲਜ਼ਲੀ ਸੀ, ਫਿਰ ਬੋਰਲੇ ਸੀ, ਫਿਰ ਮਿੰਟੋ ਆ ਗਿਆ, ਫਿਰ ਵਿਲੀਅਮ ਬੈਂਟਿਕ, ਮੈਟਕਾਫ, ਐਲਨ ਬਰੋ ਅਤੇ ਡਲਹੌਜੀ, ਨਾਰਥਬਰੁੱਕ ਤੱਕ ਤੁਹਾਡੇ ਇੱਕ ਵਾਰੀ ਰਿਪੀਟ ਤਾਂ ਜ਼ਰੂਰ ਕਰਨਾ ਪਊ ਬੱਚਿਓ। ਪਰ ਇਹ ਨਹੀਂ ਹੋਣਾ ਵੀ ਤੁਹਾਡੇ ਮਾਡਰਨ ਹਿਸਟਰੀ ਦੇ ਕੰਸੈਪਟ ਜਾਂ ਕਰਮ ਬਾਰੇ ਯਾਦ ਨਾ ਹੋਵੇ, ਕਿਉਂਕਿ ਤੁਹਾਡੇ ਕੰਮ ਅੱਛੇ ਤਰੀਕੇ ਨਾਲ ਮਾਇੰਡ ਕਰਕੇ ਹੋਣਗੇ। ਤਾਂ ਧੰਨਵਾਦ ਬੱਚਿਓ, ਤਾਂ ਇਸ ਨੂੰ ਚੰਗੇ ਤਰੀਕੇ ਨਾਲ ਆਸ ਹੈ ਪੜ੍ਹੋਗੇ।